ਮੇਰਾ ਨਾਮ ਸਲੋਨੀ ਹੈ। ਅੱਜ ਮੈਂ ਤੁਹਾਨੂੰ ਇੱਕ ਅਜਿਹੀ ਕਹਾਣੀ ਦੱਸਣ ਜਾ ਰਹੀ ਹਾਂ ਜਿਸ ਨੂੰ ਸੁਣ ਕੇ ਤੁਹਾਡਾ ਹੋਸ਼ ਉੱਡ ਜਾਵੇਗਾ। ਮੈਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਪਤਨੀ ਸਮਝਦੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਮੇਰੀ ਗਲਤਫਹਿਮੀ ਸੀ। ਮੈਂ ਇੱਕ ਮੱਧ ਵਰਗੀ ਪਰਿਵਾਰ ਵਿੱਚ ਰਹਿਣ ਵਾਲੀ ਲੜਕੀ ਸੀ ਅਤੇ ਇੱਕ ਲੜਕੇ ਨੂੰ ਬਹੁਤ ਪਿਆਰ ਕਰਦੀ ਸੀ। ਉਹ ਮੁੰਡਾ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਜਿਵੇਂ ਹੀ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ, ਲੜਕੇ ਨੇ ਮੇਰੇ ਘਰ ਵਿਆਹ ਦਾ ਪ੍ਰਸਤਾਵ ਭੇਜ ਦਿੱਤਾ ਅਤੇ ਦੋਵੇਂ ਪਰਿਵਾਰ ਸਾਡੇ ਵਿਆਹ ਲਈ ਰਾਜ਼ੀ ਹੋ ਗਏ। ਕੁਝ ਦਿਨਾਂ ਬਾਅਦ ਮੇਰਾ ਵਿਆਹ ਹੋ ਗਿਆ। ਮੇਰੇ ਪਤੀ ਸਰਕਾਰੀ ਨੌਕਰੀ ਕਰਦੇ ਸਨ। ਮੇਰੇ ਪਤੀ ਨੂੰ ਸਰਕਾਰ ਤੋਂ ਮਕਾਨ ਮਿਲ ਗਿਆ ਸੀ। ਇਹ ਘਰ ਕਾਫੀ ਸੋਹਣਾ ਸੀ। ਵਿਆਹ ਤੋਂ ਬਾਅਦ ਮੇਰੇ ਪਤੀ ਨੇ ਮੇਰੇ ਨਾਲ ਇਸ ਘਰ ਵਿੱਚ ਰਹਿਣ ਦਾ ਇਰਾਦਾ ਬਣਾਇਆ। ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਆਪਣੇ ਸਹੁਰੇ ਘਰ ਰਹਿੰਦੀ ਸੀ। ਮੈਂ 3 ਸਾਲ ਆਪਣੇ ਸਹੁਰੇ ਘਰ ਰਹੀ। 3 ਸਾਲਾਂ ਬਾਅਦ ਮੇਰੇ ਪਤੀ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਆਪਣੇ ਘਰ ਵਿੱਚ ਰਹਾਂਗੇ। ਹਾਲਾਂਕਿ ਮੇਰੇ ਪਤੀ ਦਾ ਪਰਿਵਾਰ ਵੀ ਬਹੁਤ ਵਧੀਆ ਸੀ। ਉਹਨਾਂ ਨੇ ਵੀ ਸਾਨੂੰ ਇਹ ਕਹਿ ਦਿੱਤਾ ਸੀ ਕਿ ਤੁਸੀਂ ਆਪਣੇ ਘਰ ਜਾ ਕੇ ਰਹਿ ਸਕਦੇ ਹੋ। ਮੇਰੇ ਵਿਆਹ ਨੂੰ 3 ਸਾਲ ਹੋ ਗਏ ਸਨ ਅਤੇ ਅਜੇ ਤੱਕ ਕੋਈ ਔਲਾਦ ਨਹੀਂ ਸੀ। ਜਦੋਂ ਮੈਂ ਇਸ ਘਰ ਵਿੱਚ ਆਈ ਸੀ ਤਾਂ ਇਹ ਘਰ ਬਹੁਤ ਵੱਡਾ ਸੀ ਅਤੇ ਮੈਨੂੰ ਇਸ ਘਰ ਦੀ ਸਫਾਈ ਕਰਨ ਵਿੱਚ ਬਹੁਤ ਮੁਸ਼ਕਲ ਹੁੰਦੀ ਸੀ। ਮੈਂ ਆਪਣੇ ਪਤੀ ਤੋਂ ਨੌਕਰਾਣੀ ਵੀ ਮੰਗੀ ਸੀ। ਇੱਕ ਦਿਨ ਮੈਂ ਆਪਣੇ ਪਤੀ ਨੂੰ ਕਿਹਾ ਕਿ ਅਸੀਂ 1 ਮਹੀਨੇ ਤੋਂ ਇਸ ਘਰ ਵਿੱਚ ਰਹਿ ਰਹੇ ਹਾਂ ਅਤੇ ਮੈਂ ਤੁਹਾਨੂੰ ਹਰ ਰੋਜ਼ ਇਹ ਕਹਿ ਕੇ ਥੱਕ ਗਈ ਹਾਂ ਕਿ ਮੈਨੂੰ ਇੱਕ ਨੌਕਰਾਣੀ ਚਾਹੀਦੀ ਹੈ। ਮੈਂ ਇਸ ਘਰ ਦਾ ਕੰਮ ਨਹੀਂ ਕਰ ਸਕਦੀ, ਪਰ ਤੁਸੀਂ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਹੋ। ਹਰ ਰੋਜ਼ ਤੁਸੀਂ ਕੁਝ ਨਾ ਕੁਝ ਕਹਿ ਕੇ ਮੈਨੂੰ ਟਾਲ ਦਿੰਦੇ ਹੋ। ਮੈਂ ਇੰਨੇ ਵੱਡੇ ਘਰ ਦਾ ਕੰਮ ਨਹੀਂ ਸੰਭਾਲ ਸਕਦੀ ਅਤੇ ਇਸ ਦੇ ਇਲਾਵਾ ਮੈਂ ਇਸ ਪੂਰੇ ਘਰ ਵਿੱਚ ਇਕੱਲੀ ਰਹਿੰਦੀ ਹਾਂ। ਤੁਸੀਂ ਸਵੇਰੇ ਨਿਕਲਦੇ ਹੋ ਅਤੇ ਰਾਤ ਨੂੰ ਹੀ ਘਰ ਵਿੱਚ ਵੜਦੇ ਹੋ। ਮੈਂ ਸਾਰਾ ਦਿਨ ਘਰ ਵਿੱਚ ਇਕੱਲੀ ਰਹਿੰਦੀ ਹਾਂ ਅਤੇ ਮੈਂ ਆਪਣੇ ਪਤੀ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਨੌਕਰਾਣੀ ਦਾ ਇੰਤਜ਼ਾਮ ਨਾ ਕੀਤਾ ਤਾਂ ਮੈਂ ਇੱਥੋਂ ਚਲੀ ਜਾਵਾਂਗੀ। ਮੈਂ ਆਪਣੇ ਪੇਕੇ ਘਰ ਵਿੱਚ ਕਦੇ ਵੀ ਇੰਨਾ ਕੰਮ ਨਹੀਂ ਕੀਤਾ ਕਿਉਂਕਿ ਮੇਰੀ ਮਾਂ ਨੇ ਮੇਰੇ ਤੋਂ ਕਦੇ ਵੀ ਘਰ ਦਾ ਕੋਈ ਕੰਮ ਨਹੀਂ ਕਰਵਾਇਆ ਅਤੇ ਮੇਰੇ ਸਹੁਰੇ ਘਰ ਵਿੱਚ ਮੇਰੀ ਸੱਸ ਹੀ ਮੇਰੇ ਸਾਰੇ ਕੰਮ ਕਰਦੀ ਸੀ। ਹੁਣ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਸੀ, ਘਰ ਦਾ ਸਾਰਾ ਕੰਮ ਕਰ ਥੱਕ ਗਈ ਸੀ। ਸਾਰਾ ਦਿਨ ਘਰ ਦਾ ਕੰਮ ਕਰਦੀ ਸੀ। ਮੈਨੂੰ ਆਰਾਮ ਕਰਨ ਲਈ 1 ਮਿੰਟ ਵੀ ਨਹੀਂ ਮਿਲਦਾ ਸੀ। ਮੇਰੇ ਪਤੀ ਦਾ ਨਾਂ ਰਾਹੁਲ ਸੀ। ਰਾਹੁਲ ਮੈਨੂੰ ਕਹਿਣ ਲੱਗਾ, ਸਲੋਨੀ, ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੈਂ ਇੱਕ ਪਿੰਡ ਦੀ ਕੁੜੀ ਦਾ ਇੰਤਜ਼ਾਮ ਕਰ ਲਿਆ ਹੈ। ਉਹ ਕੁੜੀ 1 ਹਫ਼ਤੇ ਬਾਅਦ ਆਵੇਗੀ, ਪਰ ਤੁਸੀਂ ਬਿਲਕੁਲ ਵੀ ਸਬਰ ਨਹੀਂ ਕਰ ਸਕਦੇ। ਫੁੱਲ ਟਾਈਮ ਨੌਕਰਾਣੀ ਲੱਭਣੀ ਬਹੁਤ ਮੁਸ਼ਕਲ ਹੈ ਅਤੇ ਜਿਵੇਂ ਹੀ ਉਹ ਲੜਕੀ ਇੱਥੇ ਆਵੇਗੀ, ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਚਿੰਤਾ ਨਾ ਕਰੋ। ਰਾਹੁਲ ਹਰ ਰੋਜ਼ ਮੈਨੂੰ ਇਹੀ ਗੱਲ ਸਮਝਾ ਕੇ ਟਾਲ ਦਿੰਦਾ ਸੀ। ਰਾਹੁਲ ਕੁਝ ਦਿਨਾਂ ਬਾਅਦ ਘਰ ਆਇਆ। ਮੈਂ ਦੇਖਿਆ ਕਿ ਉਸ ਦੇ ਨਾਲ ਇੱਕ 18 ਸਾਲ ਦੀ ਕੁੜੀ ਸੀ। ਮੈਨੂੰ ਉਸ ਕੁੜੀ ਨੂੰ ਦੇਖ ਕੇ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਮੇਰੇ ਪਤੀ ਦੇ ਕੋਲ ਖੜੀ ਸੀ। ਮੈਂ ਰਾਹੁਲ ਵੱਲ ਗੁੱਸੇ ਨਾਲ ਦੇਖਣ ਲੱਗੀ, ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ। ਰਾਹੁਲ ਸਮਝ ਗਿਆ ਕਿ ਮੈਂ ਉਸ ਵੱਲ ਦੇਖ ਰਹੀ ਹਾਂ। ਰਾਹੁਲ ਨੇ ਉਸ ਲੜਕੀ ਨਾਲ ਮੇਰੀ ਜਾਣ ਪਛਾਣ ਕਰਵਾਈ ਅਤੇ ਕਿਹਾ ਕਿ ਇਹ ਸੀਨਾ ਹੈ ਅਤੇ ਅੱਜ ਤੋਂ ਇਹ ਸਾਡੇ ਘਰ ਦੇ ਸਾਰੇ ਕੰਮ ਕਰੇਗੀ ਅਤੇ ਹੁਣ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਘਰ ਦੇ ਸਾਰੇ ਕੰਮ ਸਮਝਾ ਦਿਓ। ਮੈਂ ਸੋਚ ਰਿਹਾ ਹਾਂ ਕਿ ਘਰ ਦੇ ਬੇਸਮੈਂਟ ਵਾਲਾ ਕਮਰਾ ਉਸ ਨੂੰ ਦੇ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਸਮਾਨ ਉੱਥੇ ਰੱਖ ਕੇ ਉੱਥੇ ਰਹਿ ਸਕੇ। ਹੁਣ ਉਹ ਸਾਰਾ ਦਿਨ ਤੁਹਾਡੇ ਨਾਲ ਘਰ ਵਿੱਚ ਰਹੇਗੀ। ਹੁਣ ਤੁਹਾਨੂੰ ਵੀ ਕੋਈ ਸਮੱਸਿਆ ਨਹੀਂ ਹੋਵੇਗੀ। ਇਹ ਸਾਰਾ ਕੰਮ ਆਸਾਨੀ ਨਾਲ ਕਰ ਲਵੇਗੀ। ਤੁਸੀਂ ਉਸ ਨੂੰ ਉਸ ਦੇ ਕਮਰੇ ਵਿੱਚ ਲੈ ਜਾਓ ਅਤੇ ਉਸ ਦਾ ਸਮਾਨ ਉੱਥੇ ਰਖਵਾ ਦਿਓ। ਆਖਰਕਾਰ ਸਾਨੂੰ ਦੋਵੇਂ ਪਤੀ ਪਤਨੀ ਨੂੰ ਵੀ ਪ੍ਰਾਈਵੇਸੀ ਚਾਹੀਦੀ ਹੈ। ਠੀਕ ਹੈ, ਰਾਹੁਲ ਨੇ ਮੁਸਕਰਾਉਂਦੇ ਹੋਏ ਮੇਰੇ ਵੱਲ ਦੇਖਿਆ ਅਤੇ ਇਹ ਗੱਲਾਂ ਕਹਿਣ ਲੱਗੀ। ਰਾਹੁਲ ਦੀ ਗੱਲ ਸੁਣ ਕੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਪਤਨੀ ਸਮਝ ਰਹੀ ਸੀ। ਆਖਰਕਾਰ ਮੇਰੇ ਪਤੀ ਮੇਰਾ ਬਹੁਤ ਧਿਆਨ ਰੱਖਦੇ ਸਨ। ਮੈਂ ਰਾਹੁਲ ਨੂੰ ਕਿਹਾ ਕਿ ਮੈਂ ਉਸ ਨੂੰ ਪੂਰਾ ਘਰ ਦਿਖਾ ਦੇਵਾਂਗੀ ਅਤੇ ਕੰਮ ਵੀ ਸਮਝਾ ਦੇਵਾਂਗੀ। ਮੈਂ ਸੀਨਾ ਨੂੰ ਉਸ ਦਾ ਕਮਰਾ ਦਿਖਾਉਣ ਲਈ ਲੈ ਗਈ। ਮੈਂ ਸੀਨਾ ਨੂੰ ਕਹਿਣ ਲੱਗੀ, ਸੀਨਾ, ਤੂੰ ਆਪਣਾ ਸਮਾਨ ਇਸ ਕਮਰੇ ਵਿੱਚ ਰੱਖ ਅਤੇ ਫਿਰ ਸਾਡੇ ਦੋਵਾਂ ਲਈ ਇੱਕ ਚੰਗੀ ਚਾਹ ਬਣਾ ਲੈ। ਇਸ ਤੋਂ ਬਾਅਦ ਜਦੋਂ ਮੈਂ ਆਪਣੇ ਕਮਰੇ ਵਿੱਚ ਗਈ, ਮੈਂ ਰਾਹੁਲ ਨੂੰ ਕਿਹਾ, ਰਾਹੁਲ, ਅੱਜ ਮੈਂ ਬਹੁਤ ਖੁਸ਼ ਹਾਂ ਅਤੇ ਮੈਂ ਬਹੁਤ ਹਲਕਾ ਮਹਿਸੂਸ ਕਰ ਰਹੀ ਹਾਂ। ਜੇ ਸੀਨਾ ਘਰ ਵਿੱਚ ਨਾ ਆਉਂਦੀ ਤਾਂ ਮੈਂ ਇਸ ਘਰ ਵਿੱਚ ਕੰਮ ਕਰਦੀ ਹੀ ਮਰ ਜਾਂਦੀ। ਇਹ ਸੁਣ ਕੇ ਰਾਹੁਲ ਹੱਸਣ ਲੱਗਾ ਅਤੇ ਕਹਿਣ ਲੱਗਾ, ਇਹ ਤਾਂ ਚੰਗੀ ਗੱਲ ਹੈ। ਜਿਵੇਂ ਹੀ ਤੁਸੀਂ ਇਸ ਸੰਸਾਰ ਤੋਂ ਚਲੇ ਜਾਂਦੇ, ਮੈਨੂੰ ਦੁਬਾਰਾ ਵਿਆਹ ਕਰਨ ਦਾ ਮੌਕਾ ਮਿਲ ਜਾਂਦਾ। ਵੈਸੇ ਵੀ ਤੇਰੇ ਜਿਉਂਦੇ ਜੀ ਇਹ ਨਹੀਂ ਹੋ ਸਕਦਾ ਤੇ ਦੂਜੇ ਵਿਆਹ ਬਾਰੇ ਸੋਚ ਕੇ ਹੀ ਮੇਰਾ ਦਿਲ ਨੱਚਣ ਲੱਗਦਾ ਹੈ।
ਰਾਹੁਲ ਦੀਆਂ ਗੱਲਾਂ ਸੁਣ ਕੇ ਮੈਨੂੰ ਉਸ ਤੇ ਬਹੁਤ ਗੁੱਸਾ ਆਉਣ ਲੱਗਾ। ਰਾਹੁਲ ਮੇਰਾ ਗੁੱਸਾ ਦੇਖ ਕੇ ਚੁੱਪ ਹੋ ਗਿਆ। ਮੈਂ ਰਾਹੁਲ ਨੂੰ ਕਿਹਾ ਕਿ ਮਰਦ ਹੁੰਦਾ ਹੀ ਬੇਵਫਾ ਹੈ। ਉਹ ਆਪਣੀ ਪਹਿਲੀ ਪਤਨੀ ਦੇ ਮਰਨ ਦਾ ਇੰਤਜ਼ਾਰ ਕਰਦਾ ਹੈ, ਚਾਹੇ ਉਸ ਦੀ ਪਤਨੀ ਉਸ ਲਈ ਜੋ ਮਰਜ਼ੀ ਕਰੇ। ਉਸ ਦੇ ਦਿਲ ਵਿੱਚ ਦੁਬਾਰਾ ਵਿਆਹ ਕਰਨ ਦੀ ਇੱਛਾ ਹਮੇਸ਼ਾ ਜਿਉਂਦੀ ਰਹਿੰਦੀ ਹੈ। ਮਰਦਾਂ ਨੂੰ ਇੱਜ਼ਤ ਰਾਸ ਨਹੀਂ ਆਉਂਦੀ। ਮੈਂ ਰਾਹੁਲ ਨੂੰ ਕਈ ਗੱਲਾਂ ਸੁਣਾ ਦਿੱਤੀਆਂ ਸਨ, ਕਿਉਂਕਿ ਇਹ ਪਹਿਲੀ ਵਾਰ ਨਹੀਂ ਸੀ। ਰਾਹੁਲ ਇਸ ਤੋਂ ਪਹਿਲਾਂ ਵੀ ਮੈਨੂੰ ਇਸ ਤਰ੍ਹਾਂ ਛੇੜ ਕੇ ਮੇਰਾ ਮਜ਼ਾਕ ਉਡਾਉਂਦੇ ਸਨ। ਰਾਹੁਲ ਨੂੰ ਮੇਰੇ ਨਾਲ ਛੇੜਛਾੜ ਕਰਨ ਦੀ ਆਦਤ ਸੀ। ਉਸ ਨੂੰ ਬਹੁਤ ਚੰਗਾ ਲੱਗਦਾ ਸੀ ਜਦੋਂ ਮੈਂ ਉਸ ਦੀਆਂ ਅਜਿਹੀਆਂ ਬੇਤੁਕੀਆਂ ਗੱਲਾਂ ਤੇ ਗੁੱਸੇ ਹੋ ਜਾਂਦੀ ਸੀ। ਰਾਹੁਲ ਨੇ ਮੈਨੂੰ ਕਿਹਾ ਕਿ ਤੁਸੀਂ ਬਿਨਾਂ ਵਜ੍ਹਾ ਗੁੱਸੇ ਹੋ ਜਾਂਦੇ ਹੋ। ਤੁਸੀਂ ਜਾਣਦੇ ਹੋ ਕਿ ਤੁਹਾਡੇ ਤੋਂ ਇਲਾਵਾ ਮੇਰਾ ਇਸ ਘਰ ਵਿੱਚ ਕੋਈ ਨਹੀਂ ਹੈ ਜਿਸ ਨਾਲ ਮੈਂ ਮਜ਼ਾਕ ਕਰ ਸਕਾਂ, ਅਤੇ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ। ਮੈਂ ਤੇਰੇ ਸਿਵਾ ਹੋਰ ਕਿਸੇ ਵੱਲ ਦੇਖ ਵੀ ਨਹੀਂ ਸਕਦਾ। ਫਿਰ ਵੀ ਤੁਸੀਂ ਅਜਿਹੀਆਂ ਗੱਲਾਂ ਕਹਿ ਰਹੇ ਹੋ। ਮਰਦ ਬੇਵਫਾ ਨਹੀਂ ਹੁੰਦੇ, ਪਰ ਔਰਤਾਂ ਉਹਨਾਂ ਤੇ ਸ਼ੱਕ ਕਰਕੇ ਬੇਵਫਾ ਕਰ ਦਿੰਦੀਆਂ ਹਨ, ਅਤੇ ਅਸਲ 'ਚ ਉਸ ਦੇ ਦੂਜੇ ਵਿਆਹ ਪਿੱਛੇ ਪਹਿਲੀ ਪਤਨੀ ਦਾ ਹੱਥ ਹੁੰਦਾ ਹੈ। ਰਾਹੁਲ ਦੀਆਂ ਗੱਲਾਂ ਸੁਣ ਕੇ ਮੈਂ ਰਾਹੁਲ ਨੂੰ ਦੇਖਣ ਲਈ ਪਿੱਛੇ ਮੁੜਨ ਲੱਗੀ ਤਾਂ ਰਾਹੁਲ ਹੱਸਣ ਲੱਗ ਪਿਆ ਅਤੇ ਬੋਲਿਆ, ਠੀਕ ਹੈ ਮੂਰਖ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰ ਅਤੇ ਗੁੱਸਾ ਨਾ ਕਰ। ਇਸ ਨਾਲ ਤੂੰ ਹੋਰ ਵੀ ਖਤਰਨਾਕ ਲੱਗ ਰਹੀ ਹੈ। ਇਹ ਸੁਣਦੇ ਹੀ ਉਹ ਹੱਸ ਪਈ ਅਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਹੋ ਗਏ। ਮੇਰੇ ਪਤੀ ਰਾਹੁਲ ਮੈਨੂੰ ਕਹਿਣ ਲੱਗੇ, ਅੱਜ ਅਸੀਂ ਆਪਣਾ ਢਿੱਡ ਲੜ ਕੇ ਹੀ ਭਰਾਂਗੇ। ਜਾਓ, ਮੈਨੂੰ ਬਹੁਤ ਭੁੱਖ ਲੱਗੀ ਹੈ। ਕਿਰਪਾ ਕਰਕੇ ਕੁਝ ਖਾਣ ਦਾ ਪ੍ਰਬੰਧ ਕਰੋ। ਮੈਂ ਕਿਹਾ, ਰਾਹੁਲ ਜੀ, ਮੈਂ ਅੱਜ ਖਾਣਾ ਨਹੀਂ ਬਣਾਇਆ। ਭੁੱਖ ਨਾਲ ਮੇਰਾ ਬੁਰਾ ਹਾਲ ਹੈ ਤੇ ਤੇਰੇ ਨਾਲ ਝਗੜਾ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਹੈ। ਅੱਜ ਸਿਰਫ ਗੱਲਾਂ ਕਰਕੇ ਹੀ ਮੇਰਾ ਢਿੱਡ ਭਰ ਜਾਵੇਗਾ। ਅਜੇ ਮੇਰੀ ਤੇ ਰਾਹੁਲ ਦੀ ਗੱਲ ਖਤਮ ਵੀ ਨਹੀਂ ਹੋਈ ਸੀ ਕਿ ਸ਼ੀਨਾ ਨੇ ਦਰਵਾਜ਼ਾ ਖੜਕਾਇਆ ਅਤੇ ਕਿਹਾ, ਮਾਲਕਣ, ਖਾਣਾ ਤਿਆਰ ਹੈ। ਅਸੀਂ ਦੋਵੇਂ ਹੱਸਣ ਲੱਗ ਪਏ ਤੇ ਹੈਰਾਨੀ ਨਾਲ ਸ਼ੀਨਾ ਵੱਲ ਦੇਖਣ ਲੱਗੇ। ਅਸੀਂ ਦੋਵੇਂ ਆਪਣੀ ਲੜਾਈ ਵਿੱਚ ਇਹ ਭੁੱਲ ਗਏ ਸੀ ਕਿ ਅਸੀਂ ਇੱਕ ਨੌਕਰਾਣੀ ਵੀ ਰੱਖ ਲਈ ਹੈ। ਸਾਨੂੰ ਹੱਸਦਾ ਦੇਖ ਕੇ ਸ਼ੀਨਾ ਹੈਰਾਨੀ ਨਾਲ ਸਾਡੇ ਵੱਲ ਦੇਖਣ ਲੱਗੀ। ਮੈਂ ਸ਼ੀਨਾ ਨੂੰ ਕਿਹਾ, ਤੁਸੀਂ ਜਾਓ, ਟੇਬਲ ਲਗਾਓ, ਅਸੀਂ ਆਉਂਦੇ ਹਾਂ। ਸ਼ੀਨਾ ਨੇ ਮੇਰੇ ਵੱਲ ਦੇਖਦਿਆਂ ਸਿਰ ਹਿਲਾਇਆ ਅਤੇ ਉੱਥੇ ਚਲੀ ਗਈ। ਮੈਂ ਰਾਹੁਲ ਨੂੰ ਕਿਹਾ, ਰਾਹੁਲ, ਸਾਨੂੰ ਇਸ ਕੁੜੀ ਨੂੰ ਆਪਣੇ ਘਰ ਨਹੀਂ ਰੱਖਣਾ ਚਾਹੀਦਾ ਸੀ। ਆਖਰਕਾਰ ਇਸ ਮੁਟਿਆਰ ਕੁੜੀ ਦੇ ਕਾਰਨ ਸਾਨੂੰ ਕੋਈ ਮੁਸ਼ਕਲ ਨਾ ਖੜੀ ਹੋ ਜਾਵੇ। ਅਜਿਹੀ ਅਜਨਬੀ ਕੁੜੀ ਨੂੰ ਆਪਣੇ ਘਰ ਰੱਖਣਾ ਔਖਾ ਹੈ। ਤੁਸੀਂ ਇਸ ਨੂੰ ਇੱਥੇ ਲਿਆਉਣ ਤੋਂ ਪਹਿਲਾਂ ਇੱਕ ਵਾਰ ਮੈਨੂੰ ਪੁੱਛ ਸਕਦੇ ਸੀ। ਜੇ ਤੁਸੀਂ ਮੈਨੂੰ ਪੁੱਛਿਆ ਹੁੰਦਾ ਤਾਂ ਮੈਂ ਕਦੇ ਵੀ ਕਿਸੇ ਜਵਾਨ ਕੁੜੀ ਨੂੰ ਇੱਥੇ ਨਹੀਂ ਰੱਖਣਾ ਸੀ। ਮੇਰੀ ਗੱਲ ਸੁਣ ਕੇ ਰਾਹੁਲ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਕਿਹਾ, ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਘਰ ਵਿੱਚ ਇਕੱਲੇ ਰਹਿ ਕੇ ਪਾਗਲ ਹੋ ਗਏ ਹੋ। ਪਹਿਲਾਂ ਤੁਸੀਂ ਰੋਜ਼ ਮੇਰੇ ਪਿੱਛੇ ਪਏ ਰਹਿੰਦੇ ਸੀ ਕਿ ਨੌਕਰਾਣੀ ਦੀ ਲੋੜ ਹੈ, ਤੇ ਹੁਣ ਜਦੋਂ ਨੌਕਰਾਣੀ ਆ ਗਈ ਤਾਂ ਹੁਣ ਤੈਨੂੰ ਇਤਰਾਜ਼ ਹੋ ਰਿਹਾ ਹੈ। ਚਿੰਤਾ ਨਾ ਕਰੋ, ਉਹ ਇੱਕ ਗਰੀਬ ਪਰਿਵਾਰ ਦੀ ਕੁੜੀ ਹੈ। ਉਹ ਤੁਹਾਡੇ ਸਾਰੇ ਕੰਮ ਕਰੇਗੀ, ਅਤੇ ਵੈਸੇ ਵੀ ਉਹ ਮੇਰੇ ਦੋਸਤ ਦੇ ਪਿੰਡ ਦੀ ਹੈ। ਉਹ ਇਸ ਕੁੜੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਚਿੰਤਾ ਨਾ ਕਰੋ, ਕੋਈ ਸਮੱਸਿਆ ਨਹੀਂ ਹੋਵੇਗੀ। ਮੈਂ ਇੱਥੇ ਹਾਂ, ਅਤੇ ਵੈਸੇ ਵੀ ਕੁੜੀ ਦਾ ਵਿਆਹ ਹੋ ਗਿਆ ਹੈ। ਉਸ ਦਾ ਪਰਿਵਾਰ ਪਿੰਡ ਵਿੱਚ ਹੀ ਰਹਿੰਦਾ ਹੈ। ਉਸ ਦੇ ਪਰਿਵਾਰ ਨੂੰ ਪੈਸਿਆਂ ਦੀ ਲੋੜ ਹੈ, ਇਸ ਲਈ ਉਹ ਇੱਥੇ ਰਹੇਗੀ। ਮੇਰੇ ਦੋਸਤ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ, ਇਸ ਲਈ ਮੈਂ ਉਸ ਨੂੰ ਇੱਥੇ ਲਿਆਇਆ ਹਾਂ। ਅਤੇ ਇਹ ਤਾਂ ਸੋਚੋ ਕਿ ਅੱਜ ਤੁਹਾਨੂੰ ਇੱਥੇ ਬੈਠੇ ਹੋਏ ਹੀ ਖਾਣਾ ਤਿਆਰ ਮਿਲ ਰਿਹਾ ਹੈ, ਅਤੇ ਜੇਕਰ ਤੁਹਾਨੂੰ ਅਜੇ ਵੀ ਇਸ ਲੜਕੀ ਤੇ ਕੋਈ ਸ਼ੱਕ ਜਾਂ ਇਤਰਾਜ਼ ਹੈ ਤਾਂ ਮੈਂ ਉਸ ਦੇ ਜਾਣ ਦਾ ਪ੍ਰਬੰਧ ਕਰ ਦੇਣਾ। ਤੁਸੀਂ ਇਸ ਬਾਰੇ ਸੋਚ ਲਓ, ਪਰ ਉਸ ਤੋਂ ਬਾਅਦ ਮੈਨੂੰ ਤੁਹਾਡੇ ਲਈ ਨੌਕਰਾਣੀ ਲੱਭਣ ਲਈ ਨਾ ਕਹਿਣਾ, ਕਿਉਂਕਿ ਮੈਨੂੰ ਨੌਕਰਾਣੀ ਲੱਭਣ ਤੋਂ ਇਲਾਵਾ ਹੋਰ ਵੀ ਬਹੁਤ ਕੰਮ ਹਨ। ਮੈਂ ਹਰ ਰੋਜ਼ ਤੁਹਾਡੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦਾ। ਮੈਂ ਰਾਹੁਲ ਨੂੰ ਕਿਹਾ, ਬਹੁਤ ਹੋ ਗਿਆ ਰਾਹੁਲ, ਹੁਣ ਮੈਂ ਇਸ ਕੁੜੀ ਨੂੰ 2-3 ਦਿਨਾਂ ਤੋਂ ਦੇਖਦੀ ਹਾਂ। ਇਸ ਕੁੜੀ ਦਾ ਵਿਹਾਰ ਕਿਹੋ ਜਿਹਾ ਹੈ, ਅਤੇ ਫਿਰ ਮੈਂ ਆਪਣਾ ਮਨ ਬਣਾ ਕੇ ਇਸ ਨੂੰ ਪੱਕੇ ਤੌਰ ਤੇ ਰੱਖਣ ਬਾਰੇ ਸੋਚਾਂਗੀ। ਅਤੇ ਹੁਣ ਖਾਣਾ ਖਾਣ ਲਈ ਚੱਲਦੇ ਹਾਂ, ਨਹੀਂ ਤਾਂ ਖਾਣਾ ਠੰਡਾ ਹੋ ਜਾਵੇਗਾ। ਇਹ ਕਹਿ ਕੇ ਮੈਂ ਤੇ ਰਾਹੁਲ ਹੇਠਾਂ ਆ ਗਏ। ਜਦੋਂ ਮੈਂ ਆਈ ਤਾਂ ਦੇਖਿਆ ਕਿ ਮੇਜ਼ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਹੋਇਆ ਸੀ। ਡਾਈਨਿੰਗ ਟੇਬਲ ਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਅਸੀਂ ਕਿਸੇ ਹੋਟਲ ਵਿੱਚ ਖਾਣਾ ਖਾ ਰਹੇ ਹਾਂ। ਰਾਹੁਲ ਨੇ ਉਸ ਕੁੜੀ ਦੀ ਬਹੁਤ ਤਾਰੀਫ ਕੀਤੀ। ਸ਼ੀਨਾ ਨੇ ਕਈ ਤਰ੍ਹਾਂ ਦੇ ਪਕਵਾਨ ਵੀ ਤਿਆਰ ਕੀਤੇ ਸਨ। ਖਾਣਾ ਕਾਫੀ
ਸਵਾਦਿਸ਼ਟ ਸੀ ਅਤੇ ਰਾਹੁਲ ਨੇ ਉਸ ਦੀ ਦਿਲੋਂ ਤਾਰੀਫ ਕੀਤੀ ਕਿ ਅਜਿਹਾ ਖਾਣਾ ਮੈਂ ਹੋਟਲਾਂ 'ਚ ਹੀ ਖਾਧਾ ਹੈ, ਨਹੀਂ ਤਾਂ ਘਰ 'ਚ ਸ਼ਾਇਦ ਹੀ ਇਸ ਇੱਕ ਡਿਸ਼ ਮਿਲ ਸਕੇ। ਤੁਸੀਂ ਇੱਕ ਸਮੇਂ ਵਿੱਚ ਬਹੁਤ ਸਾਰੇ ਪਕਵਾਨ ਤਿਆਰ ਕੀਤੇ ਹਨ। ਤੁਸੀਂ ਬਹੁਤ ਵਧੀਆ ਖਾਣਾ ਬਣਾਉਂਦੇ ਹੋ। ਤੁਸੀਂ ਪਹਿਲਾ ਦਿਨ ਹੀ ਇੰਨਾ ਸ਼ਾਨਦਾਰ ਖਾਣਾ ਪਕਾਇਆ ਹੈ। ਅਤੇ ਸ਼ੀਨਾ ਦੀ ਸਭ ਤੋਂ ਚੰਗੀ ਗੱਲ ਜੋ ਰਾਹੁਲ ਨੂੰ ਪਸੰਦ ਸੀ ਉਹ ਇਹ ਸੀ ਕਿ ਉਸਨੇ ਥੋੜਾ ਹੀ ਪਰੇਸ਼ਾਨ ਨਹੀਂ ਕੀਤਾ। ਜਿਵੇਂ ਹੀ ਉਹ ਪਹਿਲੇ ਦਿਨ ਹੀ ਰਸੋਈ ਵਿੱਚ ਗਈ ਸੀ, ਉਸਨੇ ਸਭ ਕੁਝ ਸੰਭਾਲ ਲਿਆ ਸੀ। ਰਾਹੁਲ ਨੇ ਕਿਹਾ, ਤੁਸੀਂ ਕਮਾਲ ਕਰ ਦਿੱਤੀ ਹੈ ਸ਼ੀਨਾ। ਮੈਂ ਵੀ ਸ਼ੀਨਾ ਦੀ ਥੋੜੀ ਜਿਹੀ ਤਾਰੀਫ ਕੀਤੀ ਸੀ। ਮੈਂ ਕਿਹਾ, ਸ਼ੀਨਾ ਤੂੰ ਬਹੁਤ ਵਧੀਆ ਕੁੜੀ ਹੈ, ਖਾਣਾ ਬਹੁਤ ਸਵਾਦ ਹੈ, ਤੂੰ ਪਹਿਲੇ ਦਿਨ ਹੀ ਮੇਰਾ ਦਿਲ ਜਿੱਤ ਲਿਆ। ਸ਼ੀਨਾ ਮੇਰੇ ਤੋਂ ਆਪਣੀ ਤਾਰੀਫ ਸੁਣ ਕੇ ਬਹੁਤ ਖੁਸ਼ ਹੋਈ ਅਤੇ ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗੀ। ਸ਼ੀਨਾ ਬਹੁਤ ਸੋਹਣੀ ਕੁੜੀ ਸੀ ਤੇ ਜਵਾਨ ਵੀ ਸੀ। ਉਸਨੇ ਆਪਣੇ ਹੱਥ ਵਿੱਚ ਕਾਲੀਆਂ ਚੂੜੀਆਂ ਅਤੇ ਨੱਕ ਵਿੱਚ ਮੁੰਦਰੀ ਪਾਈ ਹੋਈ ਸੀ ਅਤੇ ਉਹ ਬਹੁਤ ਸੁੰਦਰ ਲੱਗ ਰਹੀ ਸੀ। ਗੋਰੇ ਰੰਗ ਦੀ ਸ਼ੀਨਾ ਕਾਲੇ ਰੰਗ ਦਾ ਸੂਟ ਪਾ ਕੇ ਬਹੁਤ ਸੋਹਣੀ ਲੱਗ ਰਹੀ ਸੀ। ਉਸ ਨੂੰ ਦੇਖ ਕੇ ਮੈਂ ਕਾਫੀ ਪ੍ਰਭਾਵਿਤ ਹੋਈ। ਉਹ ਬਿਲਕੁਲ ਵੀ ਪਿੰਡ ਵਾਲੀ ਨਹੀਂ ਲੱਗਦੀ ਸੀ, ਸਿਰਫ ਉਸ ਦਾ ਪਹਿਰਾਵਾ ਹੀ ਅਜਿਹਾ ਸੀ। ਪਰ ਜੇਕਰ ਉਹ ਸ਼ਹਿਰ ਦੇ ਕੱਪੜੇ ਪਹਿਨੇ ਤਾਂ ਉਹ ਕਿਸੇ ਹੀਰੋਇਨ ਤੋਂ ਘੱਟ ਨਹੀਂ ਲੱਗਦੀ। ਜਦੋਂ ਮੇਰੇ ਮਨ ਵਿੱਚ ਸ਼ੀਨਾ ਦੇ ਵਿਆਹ ਦਾ ਖਿਆਲ ਆਇਆ ਤਾਂ ਮੈਨੂੰ ਰਾਹਤ ਮਹਿਸੂਸ ਹੋਈ। ਮੈਂ ਸ਼ੀਨਾ ਦੇ ਪੱਖ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ। ਉਹ ਇੱਕ ਅਜਿਹੀ ਕੁੜੀ ਸੀ ਜੋ ਆਪਣੇ ਕੰਮ ਨੂੰ ਧਿਆਨ ਵਿੱਚ ਰੱਖਦੀ ਸੀ ਅਤੇ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ। ਰਾਹੁਲ ਵੀ ਆਪਣੇ ਦਫ਼ਤਰ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਸੀ ਕਿਉਂਕਿ ਹੁਣ ਉਹ ਘਰ ਪ੍ਰਤੀ ਲਾਪਰਵਾਹ ਹੋ ਗਿਆ ਸੀ। ਕੁਝ ਦਿਨਾਂ ਬਾਅਦ ਸ਼ੀਨਾ ਦੀ ਸਿਹਤ ਖਰਾਬ ਹੋਣ ਲੱਗੀ। ਉਸ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ। ਇੱਕ ਦਿਨ ਸ਼ੀਨਾ ਨੇ ਮੈਨੂੰ ਦੱਸਿਆ ਕਿ ਉਹ ਠੀਕ ਨਹੀਂ ਹੈ। ਅੱਜ ਉਸਨੇ ਡਾਕਟਰ ਕੋਲ ਜਾਣਾ ਹੈ। ਉਹ ਡਾਕਟਰ ਨੂੰ ਮਿਲਣ ਲਈ ਇਕੱਲੀ ਗਈ ਸੀ। ਜਦੋਂ ਉਹ ਆਈ ਤਾਂ ਮੈਂ ਉਸ ਨੂੰ ਪੁੱਛਿਆ, ਆਖਰ ਕੀ ਹੋਇਆ? ਉਸਨੇ ਮੈਨੂੰ ਕੁਝ ਨਹੀਂ ਦੱਸਿਆ, ਪਰ ਹੁਣ ਉਹ ਮਾਂ ਬਣਨ ਜਾ ਰਹੀ ਸੀ ਅਤੇ ਮੇਰੇ ਤੋਂ ਇਹ ਗੱਲ ਲੁਕੋ ਰਹੀ ਸੀ। ਜਦੋਂ ਤੋਂ ਉਹ ਸਾਡੇ ਘਰ ਆਈ ਸੀ ਉਦੋਂ ਤਾਂ ਅਜਿਹਾ ਕੁਝ ਨਹੀਂ ਹੋਇਆ ਸੀ ਅਤੇ ਫਿਰ ਸ਼ੀਨਾ ਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਸੀ। ਫਿਰ ਇੱਕ ਦਿਨ ਮੈਂ ਸ਼ੀਨਾ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੱਸਿਆ ਕਿ ਜਦੋਂ ਤੋਂ ਉਹ ਇੱਥੇ ਆਈ ਸੀ ਤਾਂ ਉਹ ਮਾਂ ਬਣਨ ਵਾਲੀ ਸੀ। ਮੈਂ ਉਸ ਨੂੰ ਕਿਹਾ, ਫਿਰ ਤੇਰੇ ਪਤੀ ਨੇ ਤੈਨੂੰ ਇੰਨੀ ਦੂਰ ਕੰਮ ਤੇ ਕਿਉਂ ਭੇਜਿਆ ਤੇ ਉਹ ਵੀ ਇਸ ਹਾਲਤ ਵਿੱਚ? ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ। ਇਸ ਸਮੇਂ ਤੁਹਾਨੂੰ ਸਭ ਤੋਂ ਵੱਧ ਲੋੜ ਆਪਣੇ ਪਤੀ ਦੀ ਹੈ। ਮੇਰੇ ਇਹ ਕਹਿੰਦੇ ਹੀ ਸ਼ੀਨਾ ਚੁੱਪ ਹੋ ਗਈ ਅਤੇ ਬੋਲੀ, ਮੈਡਮ, ਗਰੀਬ ਲੋਕ ਅਜਿਹੀਆਂ ਗੱਲਾਂ ਨੂੰ ਬੇਵਕੂਫੀ ਸਮਝਦੇ ਹਨ ਅਤੇ ਵੈਸੇ ਵੀ ਅਸੀਂ ਪਿੰਡਾਂ ਦੇ ਲੋਕ ਹਾਂ, ਬਹੁਤ ਤਕੜੇ ਹਾਂ। ਬੱਚੇ ਪੈਦਾ ਕਰਨਾ ਸਾਡੇ ਲਈ ਆਮ ਗੱਲ ਹੈ। ਪਿੰਡ ਵਿੱਚ ਹੁੰਦਿਆਂ ਵੀ ਮੈਂ ਘਰ ਦਾ ਕੋਈ ਨਾ ਕੋਈ ਕੰਮ ਕਰ ਲੈਂਦੀ ਸੀ। ਫਿਰ ਵੀ ਮੈਂ ਇੱਥੇ ਆਰਾਮ ਮਹਿਸੂਸ ਕਰਦੀ ਹਾਂ। ਤੁਸੀਂ ਅਤੇ ਮਾਲਕ ਬਹੁਤ ਚੰਗੇ ਹੋ। ਘੱਟੋ ਘੱਟ ਮੈਨੂੰ ਕਿਸੇ ਦੀਆਂ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ ਤੇ ਫਿਰ ਮੈਨੂੰ ਇੱਥੇ ਚੰਗੀ ਤਨਖਾਹ ਵੀ ਮਿਲਦੀ ਹੈ। ਮੈਂ ਆਪਣੀ ਡਿਲੀਵਰੀ ਲਈ ਪੈਸੇ ਜਮ੍ਹਾਂ ਕਰਾਂਗੀ ਅਤੇ ਇਸ ਸ਼ਹਿਰ ਵਿੱਚ ਆਪਣੀ ਡਿਲੀਵਰੀ ਕਰਵਾਵਾਂਗੀ ਅਤੇ ਮੈਂ ਬੱਚਾ ਪੈਦਾ ਕਰਨ ਲਈ ਪਿੰਡ ਦੇ ਹਸਪਤਾਲ ਨਹੀਂ ਜਾਵਾਂਗੀ। ਮੈਂ ਉੱਥੋਂ ਦੇ ਹਸਪਤਾਲ ਤੋਂ ਬਹੁਤ ਡਰਦੀ ਹਾਂ ਅਤੇ ਚਿੰਤਾ ਨਾ ਕਰੋ, ਮੇਰੇ ਕਾਰਨ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਮੈਂ ਅੰਤ ਤੱਕ ਸਾਰੇ ਕੰਮ ਇਸੇ ਤਰ੍ਹਾਂ ਕਰਾਂਗੀ। ਅਜੇ 2-3 ਦਿਨਾਂ ਦੀ ਗੱਲ ਹੋਵੇਗੀ, ਤੀਜੇ ਦਿਨ ਦੁਬਾਰਾ ਕੰਮ ਸ਼ੁਰੂ ਕਰ ਦੇਵਾਂਗੀ। ਕੁਝ ਦੇਰ ਤੱਕ ਸ਼ੀਨਾ ਗੱਲਾਂ ਕਰਦੀ ਰਹੀ ਕਿ ਉਸਨੇ ਮੈਨੂੰ ਆਪਣੀ ਪੂਰੀ ਕਹਾਣੀ ਦੱਸ ਦਿੱਤੀ। ਮੈਂ ਉਸ ਦੀ ਗੱਲ ਨਾਲ ਸਹਿਮਤ ਸੀ, ਪਰ ਮੈਂ ਸੋਚ ਰਹੀ ਸੀ ਕਿ ਰਾਹੁਲ ਨੇ ਮੈਨੂੰ ਇਹ ਕਿਉਂ ਨਹੀਂ ਦੱਸਿਆ ਕਿ ਸ਼ੀਨਾ ਮਾਂ ਬਣਨ ਵਾਲੀ ਹੈ। ਜਿਵੇਂ ਹੀ ਰਾਹੁਲ ਰਾਤ ਨੂੰ ਘਰ ਆਇਆ, ਮੈਂ ਉਸ ਨੂੰ ਪੁੱਛਿਆ, ਤੁਹਾਡੇ ਦੋਸਤ ਨੇ ਤੁਹਾਨੂੰ ਇਹ ਨਹੀਂ ਦੱਸਿਆ ਸੀ ਕਿ ਸ਼ੀਨਾ ਮਾਂ ਬਣਨ ਵਾਲੀ ਹੈ, ਜਾਂ ਤੁਹਾਡੇ ਦੋਸਤ ਨੇ ਤੁਹਾਨੂੰ ਦੱਸਣਾ ਠੀਕ ਨਹੀਂ ਸਮਝਿਆ? ਖੈਰ, ਮੈਨੂੰ ਯਕੀਨ ਹੈ ਕਿ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋ, ਕਿਉਂਕਿ ਜੇ ਤੁਹਾਨੂੰ ਪਤਾ ਹੁੰਦਾ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਆ ਹੁੰਦਾ, ਅਤੇ ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ? ਕੀ ਤੁਸੀਂ ਮੇਰੇ ਤੋਂ ਚੀਜ਼ਾਂ ਲੁਕਾਉਣ ਲੱਗ ਪਏ ਹੋ? ਰਾਹੁਲ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗਾ ਅਤੇ ਪੁੱਛਿਆ ਕਿ ਕੀ ਸ਼ੀਨਾ ਮਾਂ ਬਣਨ ਜਾ ਰਹੀ ਹੈ? ਆਖਰਕਾਰ ਮੈਨੂੰ ਇਹ ਕਿਵੇਂ ਪਤਾ ਲੱਗੇਗਾ? ਮੈਂ ਅੱਜ ਤੁਹਾਡੇ ਮੂੰਹੋਂ ਹੀ ਸੁਣ ਰਿਹਾ ਹਾਂ ਅਤੇ ਮੈਂ ਤੁਹਾਡੇ ਤੋਂ ਕੁਝ ਵੀ ਨਹੀਂ ਛੁਪਾਉਂਦਾ, ਪਰ ਤੁਸੀਂ ਯਕੀਨਨ ਮੇਰੇ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਮੈਨੂੰ ਸ਼ੀਨਾ ਬਾਰੇ ਸਵਾਲ ਕਿਉਂ ਪੁੱਛਦੇ ਰਹਿੰਦੇ ਹੋ। ਜੇ ਤੁਸੀਂ ਉਸ ਬਾਰੇ ਜਾਣਨ ਵਿੱਚ ਇੰਨੀ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਉਸ ਨੂੰ ਕਿਉਂ ਨਹੀਂ ਪੁੱਛਦੇ? ਅਤੇ ਜੇਕਰ ਤੁਹਾਨੂੰ ਮੇਰੇ ਤੇ ਕੋਈ ਸ਼ੱਕ ਹੈ ਤਾਂ ਮੈਂ ਕੱਲ ਹੀ ਇਸ ਨੂੰ ਪਿੰਡ ਛੱਡ ਦੇਵਾਂਗਾ, ਫਿਰ ਆਪਣੀ ਪਸੰਦ ਦੀ ਨੌਕਰਾਨੀ ਆਪ ਲੱਭ ਲੈਣਾ
ਰਾਹੁਲ ਨੂੰ ਮੇਰੇ ਤੇ ਗੁੱਸਾ ਆਉਣ ਲੱਗਾ ਤੇ ਉਹ ਮੇਰੇ ਸਵਾਲਾਂ ਤੋਂ ਬਹੁਤ ਤੰਗ ਆ ਗਿਆ। ਪਹਿਲਾਂ ਤਾਂ ਉਹ ਰਾਤ ਨੂੰ ਦਫ਼ਤਰ ਤੋਂ ਥੱਕਿਆ ਹੋਇਆ ਘਰ ਆਉਂਦਾ ਸੀ ਅਤੇ ਵਾਪਸ ਆਉਂਦੇ ਹੀ ਮੈਂ ਉਸ ਨੂੰ ਕੋਈ ਨਾ ਕੋਈ ਸਵਾਲ ਜਵਾਬ ਕਰਨ ਲੱਗਦੀ। ਉਸ ਨੇ ਮੈਨੂੰ ਕਈ ਵਾਰ ਸਮਝਾਇਆ ਸੀ ਕਿ ਤੁਹਾਨੂੰ ਸ਼ੀਨਾ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ, ਉਹ ਇੱਕ ਚੰਗੀ ਕੁੜੀ ਹੈ। ਪਰ ਪਤਾ ਨਹੀਂ ਕਿਉਂ ਮੈਂ ਆਪਣੇ ਪਤੀ ਤੇ ਸ਼ੱਕ ਕਰਨ ਲੱਗ ਪਈ ਸੀ। ਇੰਜ ਲੱਗਦਾ ਸੀ ਜਿਵੇਂ ਮੈਨੂੰ ਉਸ ਤੇ ਸ਼ੱਕ ਕਰਨ ਦੀ ਆਦਤ ਪੈ ਗਈ ਹੋਵੇ। ਉਸ ਨੇ ਕਿਹਾ ਕਿ ਤੁਹਾਨੂੰ ਕੁਝ ਵੀ ਸਮਝਾਉਣਾ ਬੇਕਾਰ ਹੈ ਕਿਉਂਕਿ ਤੁਸੀਂ ਕੁਝ ਵੀ ਨਹੀਂ ਸਮਝਦੇ ਅਤੇ ਤੁਸੀਂ ਹਰ ਗੱਲ ਨੂੰ ਗਲਤ ਸਮਝਦੇ ਹੋ। ਮੈਂ ਰਾਹੁਲ ਨੂੰ ਕਿਹਾ, ਰਾਹੁਲ, ਮੈਂ ਤਾਂ ਇਹੀ ਕਹਿ ਰਹੀ ਸੀ ਕਿ ਇਸ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਜਾਵੇਗੀ। ਮੈਂ ਇਸ ਕੁੜੀ ਨੂੰ ਆਪਣੇ ਕੰਮ ਲਈ ਇੱਥੇ ਰੱਖਿਆ ਹੈ, ਪਰ ਲੱਗਦਾ ਹੈ ਹੁਣ ਇਸ ਦੀ ਬਜਾਏ ਮੈਨੂੰ ਘਰ ਦੇ ਕੰਮ ਕਰਨੇ ਪੈਣਗੇ ਅਤੇ ਉਸ ਸਮੇਂ ਉਸ ਦੀ ਦੇਖਭਾਲ ਕਰਨੀ ਪਵੇਗੀ। ਜੇ ਮੈਨੂੰ ਇਸ ਬਾਰੇ ਪਹਿਲਾਂ ਪਤਾ ਹੁੰਦਾ ਤਾਂ ਮੈਂ ਇਸ ਕੁੜੀ ਨੂੰ ਕਦੇ ਵੀ ਇਸ ਘਰ ਵਿੱਚ ਨੌਕਰੀ ਨਾ ਦਿੰਦੀ। ਕਿਸੇ ਤਰ੍ਹਾਂ ਇਹ ਮਾਮਲਾ ਖਤਮ ਹੋ ਗਿਆ ਅਤੇ ਅਸੀਂ ਦੋਵੇਂ ਲੜ ਕੇ ਸੌਂ ਗਏ। ਸਵੇਰੇ ਜਿਵੇਂ ਹੀ ਮੈਂ ਸੌਂ ਕੇ ਉੱਠੀ ਤੇ ਮੈਂ ਖੜੇ ਹੋਣ ਲਈ ਆਪਣੇ ਪੈਰ ਜ਼ਮੀਨ ਤੇ ਰੱਖੇ ਤਾਂ ਅਚਾਨਕ ਮੈਨੂੰ ਚੱਕਰ ਆਇਆ ਅਤੇ ਮੈਂ ਡਿੱਗਣ ਲੱਗੀ। ਉਸ ਸਮੇਂ ਰਾਹੁਲ ਵੀ ਘਰ ਵਿੱਚ ਹੀ ਸੀ। ਮੇਰੀ ਤਬੀਅਤ ਵਿਗੜਦੀ ਦੇਖ ਕੇ ਕਹਿਣ ਲੱਗਾ, ਮੈਂ ਤੈਨੂੰ ਡਾਕਟਰ ਕੋਲ ਲੈ ਕੇ ਜਾਂਦਾ ਹਾਂ। ਉਹ ਮੈਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਸਾਨੂੰ ਅਜਿਹੀ ਖਬਰ ਸੁਣਾਈ ਕਿ ਅਸੀਂ ਖੁਸ਼ੀ ਨਾਲ ਪਾਗਲ ਹੋ ਗਏ। ਡਾਕਟਰ ਨੇ ਦੱਸਿਆ ਕਿ ਮੈਂ ਮਾਂ ਬਣਨ ਜਾ ਰਹੀ ਹਾਂ। ਇਹ ਖਬਰ ਸੁਣ ਕੇ ਮੇਰੇ ਪਤੀ ਹੈਰਾਨ ਰਹਿ ਗਏ ਅਤੇ ਉਹ ਹੋਣ ਵੀ ਕਿਉਂ ਨਾ, ਆਖਿਰ ਉਹਨਾਂ ਨੂੰ 3 ਸਾਲ ਬਾਅਦ ਬੱਚਾ ਹੋਣ ਦੀ ਖੁਸ਼ੀ ਮਿਲ ਰਹੀ ਸੀ। ਵਿਆਹ ਤੋਂ ਬਾਅਦ ਮੇਰਾ ਕਾਫੀ ਇਲਾਜ ਕਰਵਾਇਆ ਪਰ ਕਿਸੇ ਵੀ ਡਾਕਟਰ ਦੀਆਂ ਦਵਾਈਆਂ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ ਅਤੇ ਰਾਹੁਲ ਨੂੰ ਬੱਚਿਆਂ ਦਾ ਜਨੂੰਨ ਸੀ। ਪਰ ਮੇਰੇ ਪਤੀ ਨੇ ਮੈਨੂੰ ਅਜਿਹਾ ਕੁਝ ਕਹਿ ਕੇ ਕਦੇ ਸ਼ਰਮਿੰਦਾ ਨਹੀਂ ਕੀਤਾ ਸੀ। ਮੇਰੇ ਪਤੀ ਨੂੰ ਲੱਗਦਾ ਸੀ ਜਿਵੇਂ ਸਾਡੇ ਵਿਆਹ ਨੂੰ ਕਈ ਸਾਲ ਹੋ ਗਏ ਸਨ ਪਰ ਲੋਕਾਂ ਦੇ 10 ਸਾਲ ਤੋਂ ਬਾਅਦ ਵੀ ਬੱਚੇ ਹੁੰਦੇ, ਪਰ ਮੇਰੇ ਵਿਆਹ ਨੂੰ ਸਿਰਫ 3 ਸਾਲ ਹੋਏ ਸਨ। ਇੰਨੇ ਥੋੜੇ ਸਮੇਂ ਵਿੱਚ ਹੀ ਉਹ ਬੱਚੇ ਨੂੰ ਗੋਦ ਲੈਣ ਲਈ ਤਿਆਰ ਹੋ ਗਿਆ ਸੀ। ਪਰ ਉਹਨਾਂ ਦੇ ਦੋਸਤ ਉਹਨਾਂ ਨੂੰ ਸਮਝਾਉਂਦੇ ਸਨ ਕਿ ਨਹੀਂ, ਆਪਣਾ ਖੂਨ ਆਪਣਾ ਹੀ ਹੁੰਦਾ ਹੈ। ਉਹਨਾਂ ਦੇ ਦੋਸਤ ਦੇ ਸਮਝਾਉਣ ਕਾਰਨ ਹੀ ਉਹ ਆਪਣੇ ਬੱਚੇ ਦੀ ਉਡੀਕ ਕਰ ਰਹੇ ਸਨ। ਹੁਣ ਜਦੋਂ ਉਸ ਨੂੰ ਇਹ ਖੁਸ਼ੀ ਮਿਲੀ ਤਾਂ ਉਹ ਆਪਣੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਕਰਨ ਦੇ ਸਮਰਥ ਨਹੀਂ ਸੀ। ਇਹ ਖੁਸ਼ੀ ਸੁਣ ਕੇ ਰਾਹੁਲ ਨੇ ਪੂਰੇ ਹਸਪਤਾਲ ਵਿੱਚ ਮਠਿਆਈਆਂ ਵੰਡੀਆਂ। ਜਿਵੇਂ ਹੀ ਰਾਹੁਲ ਘਰ ਆਇਆ ਉਸਨੇ ਇਹ ਖਬਰ ਸ਼ੀਨਾ ਨੂੰ ਵੀ ਦੱਸੀ ਅਤੇ ਉਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਆਪਣੀ ਮਾਲਕਣ ਦਾ ਬਹੁਤ ਖਿਆਲ ਰੱਖਣਾ ਪਵੇਗਾ। ਰਾਹੁਲ ਮੈਨੂੰ ਕਹਿਣ ਲੱਗਾ, ਦੇਖੋ ਤੁਸੀਂ ਇੱਥੇ ਬੈਠੋ ਅਤੇ ਹੁਣ ਤੁਹਾਨੂੰ ਪੈਰ ਜ਼ਮੀਨ ਤੇ ਰੱਖਣ ਦੀ ਲੋੜ ਨਹੀਂ ਹੈ। ਰਾਹੁਲ ਕਹਿ ਰਹੇ ਸਨ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਆਪਣੀ ਖੁਸ਼ੀ ਨੂੰ ਕਿਵੇਂ ਮਨਾਵਾਂ। ਰਾਹੁਲ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਤੁਸੀਂ ਸ਼ੀਨਾ ਤੋਂ ਆਪਣਾ ਕੰਮ ਲੈਣਾ ਹੈ ਅਤੇ ਉਸ ਬਾਰੇ ਨਾ ਸੋਚੋ। ਉਹ ਪਿੰਡ ਦੀ ਕੁੜੀ ਹੈ, ਉਸ ਨੂੰ ਇਹ ਸਭ ਕਰਨ ਦੀ ਆਦਤ ਹੈ। ਉੱਥੇ ਦੀਆਂ ਔਰਤਾਂ ਇਸ ਹਾਲਤ 'ਚ ਘਰ ਦੇ 10 ਕੰਮ ਕਰਦੀਆਂ ਹਨ ਅਤੇ ਤੁਸੀਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ। ਤੁਸੀਂ ਸਿਰਫ ਆਪਣਾ ਖਿਆਲ ਰੱਖਣਾ ਹੈ ਅਤੇ ਮੈਂ ਸ਼ੀਨਾ ਨੂੰ ਵੀ ਕਹਿ ਦਿੰਦਾ ਹਾਂ ਕਿ ਤੁਸੀਂ ਹੀ ਆਪਣੀ ਮਾਲਕਣ ਦਾ ਖਿਆਲ ਰੱਖਣਾ ਹੈ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ। ਰਾਹੁਲ ਮੈਨੂੰ ਬੜੇ ਪਿਆਰ ਨਾਲ ਸਮਝਾ ਰਿਹਾ ਸੀ। ਉਹਨਾਂ ਦਾ ਇੰਨਾ ਪਿਆਰ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਪਤਨੀ ਸਮਝ ਰਹੀ ਸੀ। ਆਖਰਕਾਰ ਮੈਨੂੰ ਅਜਿਹਾ ਪਿਆਰਾ ਪਤੀ ਮਿਲ ਗਿਆ ਸੀ। ਇੰਜ ਲੱਗਦਾ ਸੀ ਜਿਵੇਂ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮੇਰੇ ਪੈਰੀ ਪੈ ਗਈਆਂ ਹੋਣ। ਮੈਂ ਦੁਨੀਆ ਦੀਆਂ ਹੋਰ ਚੀਜ਼ਾਂ ਬਾਰੇ ਭੁੱਲ ਗਈ ਸੀ ਅਤੇ ਬਸ ਆਪਣੇ ਨਵੇਂ ਮਹਿਮਾਨ ਲਈ ਤਿਆਰੀ ਕਰਨਾ ਚਾਹੁੰਦਾ ਸੀ। ਪਰ ਜਦੋਂ ਤੋਂ ਸ਼ੀਨਾ ਨੇ ਇਹ ਖੁਸ਼ਖਬਰੀ ਸੁਣੀ ਸੀ ਤਾਂ ਉਸਦਾ ਮੂਡ ਆਫ ਹੋ ਗਿਆ ਸੀ। ਪਤਾ ਨਹੀਂ ਕਿਉਂ ਉਹ ਕਿਤੇ ਗੁਆਚ ਗਈ ਸੀ। ਫਿਰ ਮੈਂ ਇਹ ਸੋਚ ਕੇ ਆਪਣਾ ਧਿਆਨ ਹਟਾ ਲਿਆ ਕਿ ਸ਼ਾਇਦ ਮੇਰੇ ਪਤੀ ਨੂੰ ਮੇਰੀ ਦੇਖਭਾਲ ਕਰਦੇ ਦੇਖ ਕੇ ਉਹ ਸੋਚਦੀ ਹੋਵੇਗੀ ਕਿ ਕਾਸ਼ ਮੇਰਾ ਪਤੀ ਵੀ ਮੇਰੀ ਦੇਖਭਾਲ ਕਰਨ ਲਈ ਮੇਰੇ ਨਾਲ ਹੁੰਦਾ, ਕਿਉਂਕਿ ਮੇਰਾ ਪਤੀ ਮੇਰਾ ਬਹੁਤ ਧਿਆਨ ਰੱਖਦਾ ਸੀ। ਉਹ ਮੈਨੂੰ ਜ਼ਬਰਦਸਤੀ ਆਪਣੇ ਹੱਥਾਂ ਨਾਲ ਖਾਣਾ ਖਵਾਉਂਦਾ ਸੀ ਅਤੇ ਮੇਰੀ ਹਰ ਛੋਟੀ ਤੋਂ ਛੋਟੀ ਜ਼ਰੂਰਤ ਦਾ ਧਿਆਨ ਰੱਖਦਾ ਸੀ, ਜਦੋਂ ਕਿ ਸ਼ੀਨਾ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਸੀ। ਸ਼ੀਨਾ ਦੀ ਡਿਲੀਵਰੀ ਦਾ ਸਮਾਂ ਨੇੜੇ ਸੀ, ਜਦਕਿ ਮੇਰੀ ਡਿਲੀਵਰੀ 'ਚ ਹਜੇ ਕਈ ਮਹੀਨੇ ਬਾਕੀ ਸਨ। ਰਾਹੁਲ ਮੇਰੀ ਗੋਦ ਭਰਾਈ ਦੀ ਰਸਮ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਮੇਰੇ ਸਹੁਰੇ ਅਤੇ ਮੇਰੇ ਪੇਕੇ ਤੋਂ ਮਾਤਾ ਪਿਤਾ ਨੂੰ ਆਪਣੇ ਘਰ ਬੁਲਾਇਆ ਸੀ। ਇਹ ਸਭ ਦੇਖ ਕੇ ਸ਼ੀਨਾ ਕਾਫੀ ਪਰੇਸ਼ਾਨ
ਪਰੇਸ਼ਾਨ ਸੀ। ਮੈਂ ਚੁੱਪਚਾਪ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ ਅਤੇ ਮੈਂ ਆਪਣੇ ਬੱਚੇ ਨਾਲ ਇੰਨਾ ਖੁਸ਼ ਸੀ ਕਿ ਮੈਂ ਸ਼ੀਨਾ ਵੱਲ ਘੱਟ ਧਿਆਨ ਦਿੱਤਾ। ਮੇਰੀ ਗੋਦ ਭਰਾਈ ਦੀ ਰਸਮ ਦਾ ਦਿਨ ਆ ਗਿਆ ਅਤੇ ਉਸ ਦਿਨ ਸਾਰਾ ਪਰਿਵਾਰ ਇਕੱਠਾ ਹੋਇਆ ਅਤੇ ਮੈਨੂੰ ਵਧਾਈ ਦਿੱਤੀ। ਹਰ ਕੋਈ ਬਹੁਤ ਖੁਸ਼ ਸੀ। ਸਾਰਿਆਂ ਨੇ ਖਾਣਾ ਖਾਧਾ ਅਤੇ ਖਾਣਾ ਖਾਣ ਤੋਂ ਬਾਅਦ ਸਾਰੇ ਇਕੱਠੇ ਬੈਠ ਕੇ ਗੱਲਾਂ ਕਰ ਰਹੇ ਸਨ। ਮੇਰੇ ਸਹੁਰੇ ਨੇ ਕਿਹਾ ਕਿ ਹੁਣ ਮੇਰੇ ਇੱਥੇ ਇਕੱਲਾ ਰਹਿਣਾ ਠੀਕ ਨਹੀਂ ਹੈ, ਪਰ ਰਾਹੁਲ ਨੇ ਉਹਨਾਂ ਨੂੰ ਕਿਹਾ ਕਿ ਨਹੀਂ, ਉਹ ਮੈਨੂੰ ਇਸ ਘਰ ਵਿੱਚ ਆਪਣੇ ਨਾਲ ਰੱਖਣਾ ਚਾਹੁੰਦੇ ਹਨ। ਉਸ ਦੀ ਜਿੱਦ ਅੱਗੇ ਸਾਰੇ ਪਰਿਵਾਰ ਵਾਲੇ ਚੁੱਪ ਹੋ ਗਏ। ਸਾਰਿਆਂ ਨੂੰ ਪਤਾ ਸੀ ਕਿ ਰਾਹੁਲ ਬਹੁਤ ਜਿੱਦੀ ਸੀ, ਇਸ ਲਈ ਉਹਨਾਂ ਨੇ ਰਾਹੁਲ ਨੂੰ ਜ਼ਿਆਦਾ ਸਮਝਣਾ ਵੀ ਠੀਕ ਨਹੀਂ ਸਮਝਿਆ। ਸਾਰੇ ਬੈਠ ਕੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਅਚਾਨਕ ਕੁਝ ਅਜਿਹਾ ਹੋ ਗਿਆ ਕਿ ਸਭ ਦੇ ਹੋਸ਼ ਉੱਡ ਗਏ ਅਤੇ ਖੁਸ਼ੀ ਦਾ ਮਾਹੌਲ ਉਦਾਸੀ ਵਿੱਚ ਬਦਲ ਗਿਆ। ਮੈਨੂੰ ਨਹੀਂ ਪਤਾ ਸੀ ਕਿ ਅਜਿਹਾ ਕੁਝ ਹੋ ਜਾਵੇਗਾ। ਇਹ ਸਾਰੀਆਂ ਖੁਸ਼ੀਆਂ ਗਮੀ ਵਿੱਚ ਬਦਲ ਜਾਣਗੀਆਂ। ਸ਼ੀਨਾ ਸਾਰਿਆਂ ਲਈ ਚਾਹ ਬਣਾ ਕੇ ਪੌੜੀਆਂ ਤੋਂ ਉੱਤਰ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪੌੜੀਆਂ ਤੋਂ ਹੇਠਾਂ ਡਿੱਗ ਕੇ ਬੇਹੋਸ਼ ਹੋ ਗਈ। ਉਸ ਦੇ ਸਿਰ ਵਿੱਚੋਂ ਹੀ ਕਾਫੀ ਖੂਨ ਵਹਿ ਰਿਹਾ ਸੀ। ਫਿਰ ਰਾਹੁਲ ਉਸ ਨੂੰ ਹਸਪਤਾਲ ਲੈ ਗਿਆ। ਰਾਹੁਲ ਨੇ ਕਿਸੇ ਨੂੰ ਵੀ ਆਪਣੇ ਨਾਲ ਨਹੀਂ ਜਾਣ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਮਾਮਲਾ ਵਿਗੜ ਸਕਦਾ ਹੈ, ਇਸ ਲਈ ਕਿਸੇ ਦਾ ਵੀ ਨਾਲ ਜਾਣਾ ਠੀਕ ਨਹੀਂ ਹੋਵੇਗਾ। ਰਾਹੁਲ ਨੂੰ ਗਏ ਬਹੁਤ ਦੇਰ ਹੋ ਚੁੱਕੀ ਸੀ ਅਤੇ ਮਹਿਮਾਨਾਂ ਨੇ ਵੀ ਵਾਪਸ ਆਪਣੇ ਘਰਾਂ ਨੂੰ ਜਾਣਾ ਸੀ। ਮੈਂ ਸਾਰੇ ਮਹਿਮਾਨਾਂ ਨੂੰ ਬਿਨਾਂ ਕਿਸੇ ਚਿੰਤਾ ਦੇ ਚਲੇ ਜਾਣ ਲਈ ਕਿਹਾ ਕਿ ਰਾਹੁਲ ਜਲਦੀ ਹੀ ਘਰ ਪਹੁੰਚ ਜਾਣਗੇ। ਮੈਂ ਕੁਝ ਸਮਾਂ ਪਹਿਲਾਂ ਹੀ ਉਸ ਨਾਲ ਫੋਨ ਤੇ ਗੱਲ ਕੀਤੀ ਹੈ ਅਤੇ ਸਭ ਕੁਝ ਬਿਲਕੁਲ ਠੀਕ ਹੈ, ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਸੁਣ ਕੇ ਉਹ ਜਾਣ ਲਈ ਤਿਆਰ ਹੋ ਗਏ ਅਤੇ ਮੇਰੀ ਸੱਸ ਨੇ ਮੈਨੂੰ ਕਿਹਾ, ਸਲੋਨੀ ਪੁੱਤਰ, ਆਪਣਾ ਧਿਆਨ ਰੱਖਣਾ ਅਤੇ ਜਿਵੇਂ ਹੀ ਰਾਹੁਲ ਘਰ ਆਵੇ ਸਾਨੂੰ ਫੋਨ ਕਰਕੇ ਦੱਸ ਦੇਣਾ। ਅਤੇ ਹਾਂ, ਤੁਸੀਂ ਆਪਣੀ ਨੌਕਰਾਣੀ ਨੂੰ ਉਸ ਦੇ ਘਰ ਭੇਜ ਦਿਓ। ਉਸ ਗਰੀਬ ਕੁੜੀ ਨੂੰ ਆਰਾਮ ਦੀ ਲੋੜ ਹੈ। ਤੁਹਾਡੀ ਸਿਹਤ ਵੀ ਖਰਾਬ ਹੈ। ਜੇਕਰ ਤੁਸੀਂ ਉਸ ਦੀ ਚਿੰਤਾ ਕਰਦੇ ਹੋ ਤਾਂ ਤੁਹਾਡੀ ਸਿਹਤ ਖਰਾਬ ਹੋ ਜਾਵੇਗੀ। ਉਸ ਦੇ ਪਤੀ ਨੂੰ ਕਾਲ ਕਰੋ ਅਤੇ ਉਸ ਨੂੰ ਵਾਪਸ ਭੇਜੋ ਅਤੇ ਉਸ ਨੂੰ ਕਹੋ ਕਿ ਉਹ ਆ ਕੇ ਉਸ ਨੂੰ ਲੈ ਜਾਵੇ ਤੇ ਡਿਲੀਵਰੀ ਤੋਂ ਬਾਅਦ ਇੱਥੇ ਛੱਡ ਦੇਵੇ। ਮੈਂ ਆਪਣੀ ਸੱਸ ਨੂੰ ਕਿਹਾ, ਠੀਕ ਹੈ ਮੰਮੀ, ਮੈਂ ਉਹੀ ਕਰਾਂਗੀ। ਮੈਂ ਖੁਦ ਵੀ ਚਾਹੁੰਦੀ ਸੀ ਕਿ ਸ਼ੀਨਾ ਇਹਨਾਂ ਦਿਨਾਂ ਵਿੱਚ ਆਪਣੇ ਪਿੰਡ ਚਲੀ ਜਾਵੇ। ਵੈਸੇ ਵੀ ਇਸ ਸਮੇਂ ਉਹ ਘਰ ਦੇ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਸੀ। ਅਸਲ ਵਿੱਚ ਮੈਂ ਉਸ ਨੂੰ ਕਈ ਵਾਰ ਆਪਣੇ ਪਿੰਡ ਜਾਣ ਲਈ ਕਿਹਾ ਸੀ, ਪਰ ਉਹ ਹਮੇਸ਼ਾ ਮੈਨੂੰ ਟਾਲ ਦਿੰਦੀ ਸੀ। ਜਦੋਂ ਸਾਰੇ ਮਹਿਮਾਨ ਘਰੋਂ ਚਲੇ ਗਏ ਤਾਂ ਮੈਂ ਉਹਨਾਂ ਨੂੰ ਦਰਵਾਜ਼ੇ ਤੇ ਛੱਡ ਕੇ ਆਪਣੇ ਕਮਰੇ ਵਿੱਚ ਬੈਠ ਗਈ। ਮੈਂ ਰਾਹੁਲ ਨੂੰ ਬਾਰ-ਬਾਰ ਫੋਨ ਕਰ ਰਹੀ ਸੀ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ, ਮੇਰੀ ਪਰੇਸ਼ਾਨੀ ਹੋਰ ਵੀ ਵੱਧਦੀ ਜਾ ਰਹੀ ਸੀ। ਰਾਤ ਦੇ 3 ਵੱਜ ਚੁੱਕੇ ਸਨ ਅਤੇ ਉਸ ਨੂੰ ਗਏ 5 ਘੰਟੇ ਹੋ ਗਏ ਸਨ। ਮੈਂ ਹਰ ਸਮੇਂ ਰਾਹੁਲ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ ਅਤੇ ਮੈਂ ਰਾਹੁਲ ਦੀ ਉਡੀਕ ਕਰਦੀ ਸੌਂ ਗਈ। ਜਿਵੇਂ ਹੀ ਮੇਰੀ ਅੱਖ ਖੁੱਲੀ, ਮੈਂ ਇਹ ਦੇਖ ਕੇ ਡਰ ਗਈ ਕਿ ਰਾਹੁਲ ਮੇਰੇ ਸਾਹਮਣੇ ਖੜਾ ਸੀ। ਮੈਂ ਰਾਹੁਲ ਨੂੰ ਪੁੱਛਿਆ, ਕੀ ਹੋਇਆ? ਤੁਸੀਂ ਇੰਨੀ ਦੇਰ ਕਿਉਂ ਲਗਾਈ ਤੇ ਸ਼ੀਨਾ ਕਿੱਥੇ ਹੈ? ਕੀ ਸ਼ੀਨਾ ਠੀਕ ਹੈ? ਉਹ ਕਿੱਥੇ ਹੈ? ਮੈਂ ਆ ਕੇ ਉਸ ਨੂੰ ਮਿਲਾਂ। ਹੋ ਸਕਦਾ ਹੈ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ। ਤੇ ਮੈਂ ਉਸ ਨੂੰ ਮਿਲਣ ਲਈ ਜਾਣ ਲੱਗੀ ਤਾਂ ਰਾਹੁਲ ਨੇ ਮੇਰਾ ਹੱਥ ਫੜ ਕੇ ਆਪਣੀ ਛਾਤੀ ਨਾਲ ਲਗਾ ਲਿਆ। ਉਹ ਮੈਨੂੰ ਸ਼ਾਂਤ ਰਹਿਣ ਲਈ ਕਹਿਣ ਲੱਗਾ, ਸਲੋਨੀ, ਸ਼ੀਨਾ ਹੁਣ ਇਸ ਦੁਨੀਆ 'ਚ ਨਹੀਂ ਰਹੀ। ਇਹ ਸੁਣ ਕੇ ਮੈਂ ਰਾਹੁਲ ਨੂੰ ਕਿਹਾ, ਇਹ ਕਿਹੋ ਜਿਹਾ ਮਜ਼ਾਕ ਕਰ ਰਹੇ ਹੋ? ਰਾਹੁਲ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਮਜ਼ਾਕ ਨਹੀਂ ਕਰ ਰਿਹਾ, ਸਗੋਂ ਸੱਚ ਕਹਿ ਰਿਹਾ ਹਾਂ। ਮੈਂ ਕਿਹਾ, ਸ਼ੀਨਾ ਕਿਵੇਂ ਮਰ ਸਕਦੀ ਹੈ? ਉਸ ਦਾ ਬੱਚਾ ਕਿੱਥੇ ਹੈ? ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੁਸਕਰਾਉਂਦੀ ਹੋਈ ਸ਼ੀਨਾ ਇਸ ਤਰ੍ਹਾਂ ਕਿਵੇਂ ਮਰ ਸਕਦੀ ਹੈ। ਰਾਹੁਲ ਨੇ ਦੱਸਿਆ ਕਿ ਉਸ ਦੇ ਬੱਚੇ ਦੇ ਉਸ ਦੇ ਪੇਟ 'ਚ ਹੀ ਸੱਟ ਲੱਗੀ ਸੀ ਅਤੇ ਉਸ ਦੇ ਸਿਰ ਤੇ ਹੀ ਡੂੰਘੀ ਸੱਟ ਲੱਗੀ ਸੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਸੁਣ ਕੇ ਮੈਨੂੰ ਇੰਜ ਜਪਿਆ ਜਿਵੇਂ ਮੇਰੀ ਜਾਨ ਨਿਕਲ ਗਈ ਹੋਵੇ ਅਤੇ ਉਸ ਨੇ ਮੈਨੂੰ ਦੱਸਿਆ ਕਿ ਉਹ ਰਸਮਾਂ ਪੂਰੀਆਂ ਕਰਕੇ ਵਾਪਸ ਪਰਤ ਰਿਹਾ ਹੈ ਅਤੇ ਮੈਂ ਬਹੁਤ ਡਰੀ ਹੋਈ ਸੀ। ਜੇਕਰ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਮੇਰੀ ਨੌਕਰੀ ਖਤਰੇ ਵਿੱਚ ਪੈ ਸਕਦੀ ਸੀ ਅਤੇ ਮੇਰੀ ਸਾਰੀ ਉਮਰ ਅਦਾਲਤਾਂ ਵਿੱਚ ਗੁਜ਼ਰ ਜਾਂਦੀ। ਇਹ ਸਭ ਸੁਣ ਕੇ ਮੈਂ ਹੋਰ ਵੀ ਪਰੇਸ਼ਾਨ ਹੋ ਗਈ। ਮੈਂ ਰਾਹੁਲ ਨੂੰ ਕਿਹਾ, ਰਾਹੁਲ, ਜੇਕਰ ਉਸ ਦਾ ਪਰਿਵਾਰ ਸਾਡੇ ਘਰ ਆ ਗਿਆ ਤਾਂ ਅਸੀਂ ਕੀ ਕਰਾਂਗੇ?
ਤੁਸੀਂ ਉਹਨਾਂ ਨੂੰ ਕਿਵੇਂ ਜਵਾਬ ਦਿਓਗੇ ਕਿ ਸ਼ੀਨਾ ਕਿੱਥੇ ਗਈ ਹੈ? ਰਾਹੁਲ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਚਿੰਤਾ ਨਾ ਕਰੋ, ਸਭ ਠੀਕ ਹੋ ਜਾਵੇਗਾ, ਮੈਂ ਸਭ ਕੁਝ ਸੰਭਾਲ ਲਵਾਂਗਾ। ਸ਼ੀਨਾ ਬਾਰੇ ਕਿਸੇ ਨੂੰ ਨਾ ਦੱਸੋ। ਮੈਂ ਕਿਹਾ ਠੀਕ ਹੈ, ਮੈਂ ਉਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਾਂਗੀ। ਮੈਂ ਸ਼ੀਨਾ ਦੀ ਮੌਤ ਤੋਂ ਬਹੁਤ ਦੁਖੀ ਸੀ ਅਤੇ ਦਿਨ ਰਾਤ ਰੋਂਦੀ ਰਹਿੰਦੀ ਸੀ ਕਿ ਆਖਰ ਮੁਸਕਰਾਉਂਦੀ ਸ਼ੀਨਾ ਅਚਾਨਕ ਇਸ ਦੁਨੀਆ ਨੂੰ ਕਿਵੇਂ ਛੱਡ ਸਕਦੀ ਹੈ। ਪਰ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਅਤੇ ਸ਼ੀਨਾ ਦੀ ਮੌਤ ਦਾ ਜ਼ਖਮ ਵੀ ਸਾਡੇ ਦਿਲਾਂ ਵਿੱਚ ਭਰਨ ਲੱਗਾ। ਕੁਝ ਦਿਨਾਂ ਬਾਅਦ ਸਾਡੀ ਜ਼ਿੰਦਗੀ ਆਮ ਵਾਂਗ ਹੋ ਗਈ। ਰਾਹੁਲ ਨੇ ਆਪਣੇ ਦਫ਼ਤਰ ਤੋਂ 2 ਮਹੀਨੇ ਦੀ ਛੁੱਟੀ ਲੈ ਲਈ ਸੀ। ਉਸ ਦੇ ਹਰ ਤਰ੍ਹਾਂ ਨਾਲ ਮੇਰਾ ਖਿਆਲ ਰੱਖਿਆ। ਜਦੋਂ ਮੈਂ ਰਾਤ ਨੂੰ ਸੌਂਦੀ ਸੀ ਤਾਂ ਮੈਨੂੰ ਪਤਾ ਨਹੀਂ ਕਿਹੋ ਜਿਹੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਮੈਂ 2-3 ਦਿਨਾਂ ਤੱਕ ਇਹਨਾਂ ਆਵਾਜ਼ਾਂ ਨੂੰ ਨਜ਼ਰ ਅੰਦਾਜ਼ ਕੀਤਾ, ਪਰ ਇੱਕ ਦਿਨ ਮੈਂ ਇਹਨਾਂ ਆਵਾਜ਼ਾਂ ਤੋਂ ਬਹੁਤ ਡਰ ਗਈ ਅਤੇ ਮੈਂ ਰਾਹੁਲ ਨੂੰ ਹਿਲਾ ਕੇ ਜਗਾਇਆ। ਰਾਹੁਲ ਘਬਰਾ ਕੇ ਉੱਠਿਆ ਅਤੇ ਪੁੱਛਿਆ, ਕੀ ਹੋਇਆ ਸਲੋਨੀ, ਤੂੰ ਠੀਕ ਹੈ? ਜੇ ਤੁਸੀਂ ਠੀਕ ਨਹੀਂ ਹੋ ਤਾਂ ਮੈਂ ਤੁਹਾਨੂੰ ਹੁਣੇ ਹਸਪਤਾਲ ਲੈ ਜਾਵਾਂਗਾ। ਮੈਂ ਚਿੰਤਾ ਨਾਲ ਕਿਹਾ, ਰਾਹੁਲ ਮੈਂ ਬਿਮਾਰ ਨਹੀਂ ਹਾਂ, ਪਰ ਮੈਨੂੰ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਪਰ ਰੋਜ਼ ਮੈਂ ਅਜਿਹੀਆਂ ਆਵਾਜ਼ਾਂ ਸੁਣਦੀ ਹਾਂ ਅਤੇ ਮੈਂ ਇਹਨਾਂ ਆਵਾਜ਼ਾਂ ਤੋਂ ਡਰ ਜਾਂਦੀ ਹਾਂ, ਪਰ ਮੈਂ ਤੁਹਾਨੂੰ ਨਹੀਂ ਦੱਸਿਆ। ਅੱਜ ਮੈਨੂੰ ਇਸ ਆਵਾਜ਼ ਕਾਰਨ ਨੀਂਦ ਨਹੀਂ ਆ ਰਹੀ। ਇੰਜ ਲੱਗਦਾ ਹੈ ਜਿਵੇਂ ਬੱਚਾ ਸਾਡੇ ਬਹੁਤ ਨੇੜੇ ਹੈ ਅਤੇ ਰੋ ਰਿਹਾ ਹੈ। ਮੈਂ ਰਾਹੁਲ ਨੂੰ ਕਿਹਾ, ਚਲੋ ਬਾਹਰ ਜਾ ਕੇ ਦੇਖੀਏ। ਇੰਜ ਲੱਗਦਾ ਹੈ ਜਿਵੇਂ ਕੋਈ ਮੁਸੀਬਤ ਵਿੱਚ ਹੈ ਅਤੇ ਸਾਨੂੰ ਬੁਲਾ ਰਿਹਾ ਹੈ। ਰਾਹੁਲ ਮੇਰੀ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋ ਗਿਆ ਅਤੇ ਮੈਨੂੰ ਕਹਿਣ ਲੱਗਾ, ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਮੈਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਨੂੰ ਨਹੀਂ ਸੁਣਿਆ। ਇਹ ਸਿਰਫ ਤੁਹਾਡਾ ਵਹਿਮ ਹੈ, ਹੋਰ ਕੁਝ ਨਹੀਂ। ਇਸ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਰਾਮ ਨਾਲ ਸੋ ਜਾਓ। ਵੈਸੇ ਵੀ ਇਸ ਸਮੇਂ ਤੁਹਾਨੂੰ ਬਥੇਰੇ ਆਰਾਮ ਦੀ ਲੋੜ ਹੈ। ਜੇ ਤੁਸੀਂ ਫਿਰ ਵੀ ਸੰਤੁਸ਼ਟ ਨਹੀਂ ਹੋ ਤਾਂ ਮੈਂ ਇਕੱਲਾ ਬਾਹਰ ਜਾ ਕੇ ਦੇਖ ਲਵਾਂਗਾ, ਪਰ ਤੁਸੀਂ ਮੇਰੇ ਨਾਲ ਨਹੀਂ ਆਓਗੇ ਕਿਉਂਕਿ ਮੈਂ ਕੋਈ ਜੋਖਮ ਨਹੀਂ ਲੈ ਸਕਦਾ। ਰਾਹੁਲ ਦੀ ਗੱਲ ਸੁਣ ਕੇ ਮੈਂ ਲੇਟ ਗਈ ਅਤੇ ਰਾਹੁਲ ਕਮਰੇ ਤੋਂ ਬਾਹਰ ਚਲਾ ਗਿਆ। ਕੁਝ ਦੇਰ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਮੈਂ ਬੇਚੈਨ ਹੋ ਕੇ ਰਾਹੁਲ ਨੂੰ ਪੁੱਛਿਆ ਕਿ ਬਾਹਰ ਕੌਣ ਹੈ? ਤਾਂ ਉਸਨੇ ਮੈਨੂੰ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਬਾਹਰ ਕੋਈ ਨਹੀਂ ਹੈ, ਇਹ ਸਭ ਤੇਰਾ ਭੁਲੇਖਾ ਹੈ। ਸ਼ਾਇਦ ਤੁਸੀਂ ਕੋਈ ਸੁਪਨਾ ਦੇਖਿਆ ਹੋਵੇਗਾ, ਇਸ ਲਈ ਹੁਣ ਬਹਿਸ ਨਾ ਕਰੋ ਅਤੇ ਸੋ ਜਾਓ। ਹੁਣ ਅਸੀਂ ਕੱਲ ਸਵੇਰੇ ਇਸ ਬਾਰੇ ਗੱਲ ਕਰਾਂਗੇ। ਇਹ ਕਹਿ ਕੇ ਰਾਹੁਲ ਲੇਟ ਗਿਆ ਅਤੇ ਅੱਖਾਂ ਤੇ ਬਾਂਹ ਰੱਖ ਕੇ ਸੋ ਗਿਆ। ਪਰ ਮੈਂ ਲਗਾਤਾਰ ਉਹਨਾਂ ਆਵਾਜ਼ਾਂ ਬਾਰੇ ਸੋਚ ਰਹੀ ਸੀ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਮੈਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਸਨ। ਮੈਂ ਇਹ ਆਵਾਜ਼ਾਂ ਲਗਾਤਾਰ 3 ਦਿਨਾਂ ਤੋਂ ਸੁਣ ਰਹੀ ਸੀ। ਮੈਂ ਹਰ ਵਾਰ ਰਾਹੁਲ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਬੱਚਾ ਰੋਂਦਾ ਹੈ, ਪਰ ਹਰ ਵਾਰ ਉਹ ਮੈਨੂੰ ਇਹ ਕਹਿ ਕੇ ਟਾਲਦਾ ਸੀ ਕਿ ਇਹ ਮੇਰਾ ਭੁਲੇਖਾ ਹੈ ਅਤੇ ਮੈਂ ਇਹ ਵੀ ਸੋਚਦੀ ਸੀ ਕਿ ਸ਼ਾਇਦ ਇਹ ਮੇਰਾ ਭੁਲੇਖਾ ਹੋਵੇਗਾ, ਕਿਉਂਕਿ ਜੇਕਰ ਸੱਚਮੁੱਚ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਸੀ ਤਾਂ ਯਕੀਨਨ ਰਾਹੁਲ ਨੇ ਵੀ ਸੁਣੀ ਹੁੰਦੀ ਅਤੇ ਇਹ ਸੋਚ ਕੇ ਮੈਂ ਵੀ ਆਰਾਮ ਨਾਲ ਸੋ ਜਾਂਦੀ। ਜਦੋਂ ਇਸ ਤਰ੍ਹਾਂ ਕਈ ਦਿਨ ਲੰਘ ਗਏ ਤਾਂ ਮੈਨੂੰ ਮਹਿਸੂਸ ਹੋਣ ਲੱਗਾ ਕਿ ਰਾਹੁਲ ਮੇਰੇ ਤੋਂ ਜ਼ਰੂਰ ਕੁਝ ਲੁਕੋ ਰਿਹਾ ਹੈ। ਹਰ ਰੋਜ਼ ਰਾਤ ਦੀ ਚੁੱਪ ਵਿੱਚ ਮੈਂ ਇੱਕ ਬੱਚੇ ਨੂੰ ਰੋਣ ਦੀ ਆਵਾਜ਼ ਸੁਣਦੀ ਹਾਂ। ਇਹ ਮੇਰਾ ਭੁਲੇਖਾ ਨਹੀਂ ਸੀ, ਪਰ ਇਸ ਦੇ ਪਿੱਛੇ ਜ਼ਰੂਰ ਕੋਈ ਵੱਡਾ ਰਾਜ਼ ਛੁਪਿਆ ਹੋਇਆ ਸੀ ਅਤੇ ਮੈਂ ਫੈਸਲਾ ਕਰ ਲਿਆ ਸੀ ਕਿ ਜਦੋਂ ਤੱਕ ਮੈਂ ਇਸ ਰਾਜ਼ ਨੂੰ ਨਹੀਂ ਖੋਲ੍ਹਦੀ ਮੈਂ ਸ਼ਾਂਤੀ ਨਾਲ ਨਹੀਂ ਬੈਠਾਂਗੀ। ਕੁਝ ਅਜਿਹਾ ਜ਼ਰੂਰ ਹੋ ਰਿਹਾ ਸੀ ਜੋ ਮੇਰੇ ਤੋਂ ਛੁਪਾਇਆ ਜਾ ਰਿਹਾ ਸੀ। ਮੈਂ ਸੋਚਿਆ ਕਿ ਸ਼ਾਇਦ ਇਹ ਰਾਹੁਲ ਹੀ ਸੀ ਜਿਸ ਨੇ ਸ਼ੀਨਾ ਨੂੰ ਮਾਰਿਆ ਸੀ ਅਤੇ ਉਸ ਦਾ ਬੱਚਾ ਨੇੜੇ ਹੀ ਕਿਤੇ ਸੀ, ਜਾਂ ਹੋ ਸਕਦਾ ਹੈ ਕਿ ਉਹ ਕਿਸੇ ਮੁਸੀਬਤ ਵਿੱਚ ਹੋਵੇ। ਮੈਂ ਉਸ ਮਾਸੂਮ ਬੱਚੇ ਲਈ ਜ਼ਰੂਰ ਕੁਝ ਕਰਨਾ ਚਾਹੁੰਦੀ ਸੀ। ਇਹ ਸਭ ਸੋਚ ਕੇ ਮੈਂ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਇੰਸਪੈਕਟਰ ਨੂੰ ਇਸ ਬਾਰੇ ਸਾਰੀ ਗੱਲ ਦੱਸ ਦਿੱਤੀ। ਮੈਂ ਪੁਲਿਸ ਨੂੰ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਘਰ ਦੀ ਤਲਾਸ਼ੀ ਲਓ ਜਾਂ ਮੇਰੇ ਘਰ ਦੇ ਨਿਗਰਾਨੀ ਰੱਖੋ। ਮੈਂ ਰਾਤ ਨੂੰ ਅਜਿਹੀਆਂ ਆਵਾਜ਼ਾਂ ਸੁਣਦੀ ਹਾਂ। ਇਹ ਆਵਾਜ਼ ਮੇਰੇ ਘਰ ਤੋਂ ਜਾਂ ਮੇਰੇ ਕਿਸੇ ਗੁਆਂਢੀ ਘਰ ਤੋਂ ਆਉਂਦੀਆਂ ਹਨ ਅਤੇ ਮੈਂ ਪੁਲਿਸ ਨੂੰ ਦੱਸਿਆ ਕਿ ਸ਼ੀਨਾ ਸਾਡੇ ਘਰ ਦੇ ਬੇਸਮੈਂਟ ਵਿੱਚ ਰਹਿੰਦੀ ਸੀ। ਤੁਸੀਂ ਉਸ ਦੇ ਕਮਰੇ ਦੀ ਵੀ ਤਲਾਸ਼ੀ ਲਓ, ਤੁਹਾਨੂੰ ਉੱਥੋਂ ਜ਼ਰੂਰ ਕੁਝ ਮਿਲੇਗਾ। ਥਾਣੇਦਾਰ ਨੇ ਮੇਰੀ ਰਿਪੋਰਟ ਦਰਜ ਕੀਤੀ ਅਤੇ ਕਿਹਾ, ਠੀਕ ਹੈ ਮੈਡਮ, ਚਿੰਤਾ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ। ਤੁਹਾਡੇ ਪਤੀ ਨੂੰ ਇਸ ਬਾਰੇ ਕੁਝ ਪਤਾ ਨਹੀਂ ਲੱਗੇਗਾ ਅਤੇ ਅਸੀਂ ਰਾਤ ਨੂੰ ਤੁਹਾਡੇ ਘਰ ਦੀ ਤਲਾਸ਼ੀ ਲਈ ਜ਼ਰੂਰ ਆਵਾਂਗੇ। 2 ਦਿਨਾਂ ਤੱਕ ਪੁਲਿਸ ਨੇ ਮੇਰੇ ਘਰ ਅਤੇ ਆਸ-ਪਾਸ ਦੇ ਘਰਾਂ ਦੀ ਤਲਾਸ਼ੀ ਲਈ। ਪੁਲਿਸ ਵਾਲਿਆਂ ਨੇ ਕਿਹਾ ਕਿ ਮੈਡਮ
ਤੁਸੀਂ ਸਾਨੂੰ ਗੁੰਮਰਾਹ ਕਰ ਰਹੇ ਹੋ। ਅਸੀਂ ਅਜੇ ਕੋਈ ਆਵਾਜ਼ ਨਹੀਂ ਸੁਣੀ। ਮੈਂ ਕਿਹਾ, ਸਰ, ਸੰਭਵ ਹੈ ਕਿ ਸ਼ੀਨਾ ਦਾ ਬੱਚਾ ਸਾਡੇ ਘਰ ਦੇ ਬੇਸਮੈਂਟ ਵਿੱਚ ਹੋਵੇ, ਕਿਉਂਕਿ ਜਦੋਂ ਤੋਂ ਸ਼ੀਨਾ ਗਈ ਹੈ ਉਹ ਕਮਰੇ ਨੂੰ ਤਾਲਾ ਲੱਗਿਆ ਹੋਇਆ ਹੈ ਅਤੇ ਇਸ ਦੀ ਚਾਬੀ ਮੇਰੇ ਪਤੀ ਕੋਲ ਹੈ। ਜੇਕਰ ਮੈਂ ਆਪਣੇ ਪਤੀ ਤੋਂ ਸਵਾਲ ਜਵਾਬ ਕਰਦੀ ਹਾਂ ਤਾਂ ਉਹ ਮੈਨੂੰ ਗਲਤ ਸਮਝੇਗਾ। ਇਸ ਲਈ ਇਸ ਕੇਸ ਨੂੰ ਆਪਣੀ ਅਨੁਸਾਰ ਹੈਂਡਲ ਕਰੋ। ਫਿਰ ਰਾਤ ਨੂੰ ਜਦੋਂ ਪੁਲਿਸ ਸਾਡੇ ਘਰ ਆਈ ਅਤੇ ਉਹਨਾਂ ਨੇ ਰਾਹੁਲ ਨੂੰ ਕਿਹਾ ਕਿ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ, ਰਾਹੁਲ ਉਹਨਾਂ ਨੂੰ ਪੁੱਛਣ ਲੱਗਾ ਕਿ ਤੁਸੀਂ ਸਾਡੇ ਘਰ ਦੀ ਤਲਾਸ਼ੀ ਕਿਉਂ ਲੈਣੀ ਹੈ, ਆਖਰ ਸਾਡੇ ਘਰ ਕੀ ਹੈ। ਪੁਲਿਸ ਵਾਲਿਆਂ ਨੇ ਕਿਹਾ ਕਿ ਅਸੀਂ ਤੁਹਾਡੇ ਆਲੇ ਦੁਆਲੇ ਦੇ ਘਰਾਂ ਦੀ ਵੀ ਤਲਾਸ਼ੀ ਲੈ ਲਈ ਹੈ, ਹੁਣ ਇੱਥੇ ਸਿਰਫ ਤੁਹਾਡਾ ਘਰ ਹੀ ਬਚਿਆ ਹੈ। ਹੁਣ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਪੁਲਿਸ ਨੇ ਬੇਸਮੈਂਟ ਵਿੱਚ ਜਾਣ ਲਈ ਕਿਹਾ। ਜਦੋਂ ਪੁਲਿਸ ਬੇਸਮੈਂਟ ਵਿੱਚ ਗਈ ਤਾਂ ਦੇਖਿਆ ਕਿ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ। ਉਸ ਨੇ ਰਾਹੁਲ ਨੂੰ ਕਿਹਾ, ਰਾਹੁਲ ਜੀ, ਸਾਨੂੰ ਇਸ ਕਮਰੇ ਦੀ ਚਾਬੀ ਚਾਹੀਦੀ ਹੈ। ਅਸੀਂ ਇਸ ਕਮਰੇ ਨੂੰ ਖੋਲ੍ਹ ਕੇ ਦੇਖਣਾ ਚਾਹੁੰਦੇ ਹਾਂ। ਜਦੋਂ ਇੰਸਪੈਕਟਰ ਨੇ ਚਾਬੀਆਂ ਮੰਗੀਆਂ ਤਾਂ ਰਾਹੁਲ ਦਾ ਚਿਹਰਾ ਫਿੱਕਾ ਪੈ ਗਿਆ ਅਤੇ ਉਹ ਪਰੇਸ਼ਾਨ ਨਜ਼ਰ ਆਇਆ। ਉਸ ਨੇ ਕਿਹਾ, ਇੰਸਪੈਕਟਰ ਸਾਹਿਬ, ਕੀ ਗੱਲ ਹੈ? ਮੈਨੂੰ ਕੁਝ ਦੱਸੋ। ਮੈਂ ਤੁਹਾਨੂੰ ਇਸ ਤਰ੍ਹਾਂ ਆਪਣੇ ਘਰ ਦੀ ਤਲਾਸ਼ੀ ਨਹੀਂ ਲੈਣ ਦੇ ਸਕਦਾ। ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਕੌਣ ਹਾਂ। ਥਾਣੇਦਾਰ ਨੇ ਕਿਹਾ, ਤੁਸੀਂ ਜੋ ਵੀ ਹੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਜੇਕਰ ਤੁਸੀਂ ਮੈਨੂੰ ਚਾਬੀ ਨਹੀਂ ਦਿੰਦੇ ਤਾਂ ਅਸੀਂ ਇਸ ਦਰਵਾਜ਼ੇ ਨੂੰ ਤੋੜ ਸਕਦੇ ਹਾਂ। ਸਾਨੂੰ ਧਮਕਾਉਣ ਦੀ ਕੋਸ਼ਿਸ਼ ਨਾ ਕਰੋ। ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਹਾਂ ਕਿ ਇਸ ਘਰ ਵਿੱਚ ਕਿਸ ਤਰ੍ਹਾਂ ਦੀ ਖਿਚੜੀ ਪਕਾਈ ਜਾ ਰਹੀ ਹੈ। ਆਂਢ ਗੁਆਂਢ ਦੇ ਲੋਕ ਸ਼ਿਕਾਇਤ ਕਰਦੇ ਹਨ ਕਿ ਤੁਹਾਡੇ ਘਰੋਂ ਬੱਚੇ ਦੀ ਰੋਣ ਦੀ ਆਵਾਜ਼ ਆਉਂਦੀ ਹੈ, ਜਦੋਂ ਕਿ ਤੁਹਾਡੇ ਘਰ ਕੋਈ ਬੱਚਾ ਨਹੀਂ ਹੈ ਅਤੇ ਇਹ ਆਵਾਜ਼ ਰਾਤ ਨੂੰ ਹੀ ਕਿਉਂ ਆਉਂਦੀ ਹੈ। ਰਾਹੁਲ ਕਹਿਣ ਲੱਗਾ, ਤੁਸੀਂ ਕੀ ਗੱਲ ਕਰ ਰਹੇ ਹੋ ਇੰਸਪੈਕਟਰ? ਬੱਚਿਆਂ ਦੇ ਰੋਣ ਦੀ ਆਵਾਜ਼ ਕਿਸ ਦੇ ਘਰੋਂ ਵੀ ਆ ਸਕਦੀ ਹੈ। ਆਂਢ ਗੁਆਂਢ ਵਿੱਚ ਕਈ ਲੋਕ ਹਨ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ, ਪਰ ਤੁਸੀਂ ਸਾਡੇ ਘਰ ਤੇ ਹੀ ਸ਼ੱਕ ਕਿਉਂ ਕਰਦੇ ਹੋ? ਸਾਡੇ ਘਰ ਕੋਈ ਬੱਚਾ ਨਹੀਂ ਹੈ, ਇੰਸਪੈਕਟਰ ਨੇ ਕਿਹਾ। ਇਸ ਲਈ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣਾ ਚਾਹੁੰਦੇ ਹਾਂ। ਤੁਸੀਂ ਇਸ ਕਮਰੇ ਨੂੰ ਕਿਉਂ ਬੰਦ ਕੀਤਾ ਹੈ? ਤੁਸੀਂ ਇਹ ਤਾਲਾ ਜਲਦੀ ਖੋਲ੍ਹੋ, ਨਹੀਂ ਤਾਂ ਅਸੀਂ ਦਰਵਾਜ਼ਾ ਤੋੜ ਦੇਵਾਂਗੇ। ਜਦੋਂ ਰਾਹੁਲ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਦਰਵਾਜ਼ਾ ਤੋੜ ਦਿੱਤਾ। ਤਾਲਾ ਖੁੱਲ੍ਹਦੇ ਹੀ ਸਾਰੇ ਕਮਰੇ ਦੇ ਅੰਦਰ ਚਲੇ ਗਏ। ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਕਿ ਉਸ ਕਮਰੇ 'ਚ ਇੱਕ ਛੋਟੇ ਬੱਚੇ ਦੇ ਨਾਲ ਸ਼ੀਨਾ ਵੀ ਮੌਜੂਦ ਸੀ। ਜਨੀ ਸ਼ੀਨਾ, ਜਿਸ ਨੂੰ ਅਸੀਂ ਮਰਿਆ ਸਮਝਿਆ ਸੀ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਜਿੰਦਾ ਸੀ। ਭਾਵ ਜੋ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਮੈਂ ਸੁਣਦੀ ਸੀ, ਉਹ ਮੇਰਾ ਭੁਲੇਖਾ ਨਹੀਂ ਸੀ। ਮੈਂ ਅੱਗੇ ਵਧੀ ਅਤੇ ਦੇਖਿਆ ਕਿ ਸ਼ੀਨਾ ਦੀ ਗੋਦ ਵਿੱਚ ਇੱਕ ਬਹੁਤ ਹੀ ਪਿਆਰੀ ਬੱਚੀ ਸੀ ਜੋ ਰਾਹੁਲ ਵਰਗੀ ਲੱਗਦੀ ਸੀ। ਪੁਲਿਸ ਨੂੰ ਦੇਖ ਕੇ ਸ਼ੀਨਾ ਬਹੁਤ ਡਰ ਗਈ ਅਤੇ ਕਿਹਾ ਕਿ ਮੈਂ ਕੁਝ ਨਹੀਂ ਕੀਤਾ। ਜੋ ਕੁਝ ਵੀ ਹੋਇਆ ਹੈ ਇਹ ਸਭ ਉਸ ਮਾਲਕ ਦੇ ਕਾਰਨ ਹੀ ਹੋਇਆ ਹੈ। ਮੈਂ ਸਿਰਫ ਉਸ ਦੇ ਹੁਕਮਾਂ ਦੀ ਗੁਲਾਮ ਸੀ, ਇਸੇ ਲਈ ਜੋ ਵੀ ਉਹ ਮੈਨੂੰ ਕਹਿੰਦਾ ਮੈਂ ਸਭ ਕੁਝ ਕਰਦੀ ਸੀ। ਪੁਲਿਸ ਵਾਲਿਆਂ ਨੇ ਉਸ ਤੋਂ ਕੋਈ ਸਵਾਲ ਨਹੀਂ ਪੁੱਛਿਆ, ਪਰ ਫਿਰ ਵੀ ਉਹ ਜਵਾਬ ਦਿੰਦੀ ਜਾ ਰਹੀ ਸੀ। ਸ਼ੀਨਾ ਕਹਿਣ ਲੱਗੀ, ਮੈਂ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦੀ ਹਾਂ। ਮੈਨੂੰ ਮਾਫ਼ ਕਰ ਦਿਓ, ਰੱਬ ਦਾ ਵਾਸਤਾ। ਮੈਨੂੰ ਅਤੇ ਮੇਰੀ ਧੀ ਨੂੰ ਜਾਣ ਦਿਓ। ਇਹ ਮੇਰਾ ਕਸੂਰ ਨਹੀਂ ਹੈ। ਮੈਂ ਤਾਂ ਆਪ ਇੰਨੇ ਦਿਨਾਂ ਤੋਂ ਇੱਥੇ ਕੈਦੀ ਬਣ ਕੇ ਰਹਿ ਰਹੀ ਹਾਂ। ਇਹ ਕਹਿ ਕੇ ਸ਼ੀਨਾ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਅੱਗੇ ਜਾ ਕੇ ਸ਼ੀਨਾ ਨੂੰ ਜੱਫੀ ਪਾ ਲਈ ਅਤੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ। ਮੈਂ ਸ਼ੀਨਾ ਨੂੰ ਰੋਂਦੇ ਹੋਏ ਨਹੀਂ ਦੇਖ ਸਕਦੀ ਸੀ। ਪੁਲਿਸ ਨੇ ਰਾਹੁਲ ਨੂੰ ਕਿਹਾ ਕਿ ਰਾਹੁਲ ਜੀ, ਹੁਣ ਤੁਸੀਂ ਇੱਥੇ ਸਭ ਕੁਝ ਦੱਸੋਗੇ ਜਾਂ ਅਸੀਂ ਤੁਹਾਨੂੰ ਥਾਣੇ ਲੈ ਚੱਲੀਏ? ਇਸ ਕਾਰਨ ਰਾਹੁਲ ਬਹੁਤ ਡਰ ਗਿਆ ਅਤੇ ਕਿਹਾ ਕਿ ਮੈਂ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ। ਮੈਂ ਕੀ ਕਰ ਸਕਦਾ ਸੀ? ਮੇਰੇ ਹਾਲਾਤ ਅਜਿਹੇ ਸਨ ਕਿ ਮੈਨੂੰ ਇਹ ਸਭ ਕਰਨਾ ਪਿਆ ਅਤੇ ਤੁਸੀਂ ਸ਼ੀਨਾ ਨੂੰ ਪੁੱਛ ਸਕਦੇ ਹੋ। ਮੈਂ ਉਸ ਨਾਲ ਜ਼ਬਰਦਸਤੀ ਵਿਆਹ ਨਹੀਂ ਕਰਵਾਇਆ ਅਤੇ ਨਾ ਹੀ ਮੈਂ ਉਸ ਨਾਲ ਕਿਸੇ ਤਰ੍ਹਾਂ ਜ਼ਬਰਦਸਤੀ ਕੀਤੀ ਹੈ। ਉਹ ਮੇਰੇ ਨਾਲ ਵਿਆਹ ਕਰਾ ਕੇ ਆਪਣੀ ਮਰਜ਼ੀ ਨਾਲ ਇੱਥੇ ਆਈ ਸੀ। ਹਾਂ, ਇਹ ਸੱਚ ਹੈ ਕਿ ਉਹ ਮੇਰੀ ਪਤਨੀ ਹੈ ਅਤੇ ਉਸ ਦੀ ਗੋਦ ਵਿਚਲਾ ਬੱਚਾ ਹੀ ਮੇਰਾ ਹੈ। ਰਾਹੁਲ ਦੀਆਂ ਗੱਲਾਂ ਸੁਣ ਕੇ ਸ਼ੀਨਾ ਨੇ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਤੇ ਮੈਂ ਦੋਹਾਂ ਦੇ ਚਿਹਰਿਆਂ ਨੂੰ ਦੇਖ ਕੇ ਹੈਰਾਨ ਰਹਿ ਗਈ। ਮੈਨੂੰ ਆਪਣੇ ਆਪ ਤੇ ਬਹੁਤ ਅਫਸੋਸ ਹੋ ਰਿਹਾ ਸੀ ਕਿ ਮੈਨੂੰ ਇੰਨੇ ਮਹੀਨਿਆਂ ਤੋਂ ਇਹਨਾਂ ਦੋਵਾਂ ਦੁਆਰਾ ਮੂਰਖ ਬਣਾਇਆ ਜਾ ਰਿਹਾ ਸੀ। ਰਾਹੁਲ ਨੇ ਦੱਸਿਆ ਕਿ ਉਸ ਦਾ ਬੱਚਾ ਪੈਦਾ ਕਰਨ ਦੀ ਬਹੁਤ ਇੱਛਾ ਸੀ, ਜਦਕਿ ਸਲੋਨੀ ਅਤੇ ਮੇਰੇ ਵਿਆਹ ਨੂੰ 3 ਸਾਲ ਹੋ ਚੁੱਕੇ ਸਨ। ਸਲੋਨੀ ਤੋਂ ਅਜੇ ਮੇਰਾ ਕੋਈ ਬੱਚਾ ਨਹੀਂ ਹੋਇਆ। ਮੈਂ ਸਲੋਨੀ ਨੂੰ ਕਈ ਡਾਕਟਰਾਂ ਕੋਲ ਵੀ ਦਿਖਾਇਆ
ਡਾਕਟਰ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਹੋ ਜਾਵੇਗਾ, ਤੁਹਾਡੇ ਵਿਆਹ ਨੂੰ ਬਹੁਤ ਸਮਾਂ ਨਹੀਂ ਹੋਇਆ, ਚਿੰਤਾ ਨਾ ਕਰੋ। ਮੈਂ ਸਲੋਨੀ ਨੂੰ ਕਈ ਵਾਰ ਕਿਹਾ ਸੀ ਕਿ ਸਾਨੂੰ ਬੱਚਾ ਗੋਦ ਲੈਣਾ ਚਾਹੀਦਾ ਹੈ, ਪਰ ਸਲੋਨੀ ਨੇ ਮੈਨੂੰ ਕਦੇ ਬੱਚੇ ਗੋਦ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਫਿਰ ਇੱਕ ਦਿਨ ਜਦੋਂ ਮੈਂ ਆਪਣੇ ਦੋਸਤ ਨਾਲ ਪਿੰਡ ਗਿਆ ਤਾਂ ਮੈਂ ਸ਼ੀਨਾ ਨੂੰ ਪਿੰਡ ਵਿੱਚ ਦੇਖਿਆ। ਮੈਂ ਦੇਖਿਆ ਕਿ ਸ਼ੀਨਾ ਉੱਥੇ ਬੇਰੁਜ਼ਗਾਰੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ। ਹਾਲਾਂਕਿ ਸ਼ੀਨਾ ਉੱਥੇ ਲੋਕਾਂ ਦੇ ਘਰਾਂ 'ਚ ਵੀ ਕੰਮ ਕਰਦੀ ਸੀ। ਸ਼ੀਨਾ ਦੀ ਇਹ ਹਾਲਤ ਮੈਨੂੰ ਚੰਗੀ ਨਹੀਂ ਲੱਗੀ। ਮੈਂ ਸੋਚਿਆ ਕਿ ਮੈਂ ਸ਼ੀਨਾ ਨਾਲ ਗੱਲ ਕਰਾਂਗਾ। ਜੇਕਰ ਉਹ ਮੇਰੇ ਨਾਲ ਵਿਆਹ ਕਰਾ ਲੈਂਦੀ ਹੈ ਅਤੇ ਮੇਰੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਮੈਂ ਉਸਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਹਾਂ। ਅਤੇ ਮੈਨੂੰ ਇਹ ਵੀ ਪਤਾ ਸੀ ਕਿ ਜਦੋਂ ਸਲੋਨੀ ਨੂੰ ਇਸ ਬਾਰੇ ਪਤਾ ਲੱਗੇਗਾ ਤਾਂ ਸਲੋਨੀ ਮੈਨੂੰ ਦੁਬਾਰਾ ਵਿਆਹ ਨਹੀਂ ਕਰਨ ਦੇਵੇਗੀ। ਇਸ ਲਈ ਮੈਂ ਸ਼ੀਨਾ ਨਾਲ ਚੋਰੀ ਛਿਪੇ ਵਿਆਹ ਕਰ ਲਿਆ ਅਤੇ ਉਸ ਨੂੰ ਪੈਸੇ ਦਾ ਲਾਲਚ ਦਿੱਤਾ। ਵਿਆਹ ਤੋਂ ਬਾਅਦ ਮੈਂ ਸ਼ੀਨਾ ਨੂੰ ਨੌਕਰਾਣੀ ਦੇ ਰੂਪ ਵਿੱਚ ਆਪਣੇ ਘਰ ਲੈ ਆਇਆ ਅਤੇ ਇਸ ਤਰ੍ਹਾਂ ਉਹ ਸਾਡੇ ਘਰ ਰਹਿ ਕੇ ਘਰ ਦਾ ਸਾਰਾ ਕੰਮ ਸੰਭਾਲਣ ਲੱਗੀ। ਇਸ ਦੌਰਾਨ ਮੈਂ ਵੀ ਰਾਤ ਦੇ ਹਨੇਰੇ ਵਿੱਚ ਉਸ ਨੂੰ ਮਿਲਣ ਜਾਂਦਾ ਰਹਿੰਦਾ ਸੀ। ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਕਿ ਸ਼ੀਨਾ ਗਰਭਵਤੀ ਹੈ। ਮੈਂ ਸ਼ੀਨਾ ਨਾਲ ਵਿਆਹ ਕਰਨਾ ਮੇਰੇ ਲਈ ਜਲਦਬਾਜ਼ੀ ਸਾਬਤ ਹੋਇਆ। ਸ਼ੀਨਾ ਦੇ ਗਰਭਵਤੀ ਹੋਣ ਤੇ ਕੁਝ ਮਹੀਨਿਆਂ ਬਾਅਦ ਸਲੋਨੀ ਨੇ ਵੀ ਮੈਨੂੰ ਇਹ ਖਬਰ ਸੁਣਾਈ ਕਿ ਸਲੋਨੀ ਵੀ ਗਰਭਵਤੀ ਹੈ। ਜਿਵੇਂ ਹੀ ਮੈਨੂੰ ਸਲੋਨੀ ਦੀ ਮਾਂ ਬਣਨ ਦੀ ਖਬਰ ਮਿਲੀ, ਮੈਨੂੰ ਲੱਗਾ ਜਿਵੇਂ ਮੈਂ ਸ਼ੀਨਾ ਨਾਲ ਵਿਆਹ ਕਰਕੇ ਬਹੁਤ ਜਲਦਬਾਜ਼ੀ ਕੀਤੀ ਹੈ। ਮੈਨੂੰ ਨਹੀਂ ਪਤਾ ਸੀ ਕਿ ਸ਼ੀਨਾ ਨਾਲ ਵਿਆਹ ਕਰਕੇ ਸਲੋਨੀ ਵੀ ਮਾਂ ਬਣ ਜਾਵੇਗੀ ਅਤੇ ਜਦੋਂ ਸ਼ੀਨਾ ਨੂੰ ਸਲੋਨੀ ਦੇ ਮਾਂ ਬਣਨ ਦੀ ਖਬਰ ਮਿਲੀ ਤਾਂ ਉਹ ਮੈਨੂੰ ਧਮਕੀਆਂ ਦਿੰਦੀ ਸੀ ਕਿ ਉਹ ਸਲੋਨੀ ਨੂੰ ਸਾਡੇ ਰਿਸ਼ਤੇ ਬਾਰੇ ਦੱਸ ਦੇਵੇਗੀ, ਕਿਉਂਕਿ ਉਸ ਨੂੰ ਇਹ ਵੀ ਉਮੀਦ ਸੀ ਕਿ ਸਲੋਨੀ ਮਾਂ ਨਹੀਂ ਬਣੇਗੀ। ਮੈਨੂੰ ਆਪਣੀ ਜਲਦਬਾਜ਼ੀ ਦਾ ਬਹੁਤ ਪਛਤਾਵਾ ਸੀ। ਮੈਂ ਸਲੋਨੀ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਕਦੇ ਵੀ ਸਲੋਨੀ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਅਤੇ ਸਲੋਨੀ ਨੂੰ ਧੋਖਾ ਦੇਣਾ ਮੇਰਾ ਇਰਾਦਾ ਨਹੀਂ ਸੀ ਅਤੇ ਮੈਂ ਸਲੋਨੀ ਨੂੰ ਨਾਰਾਜ਼ ਕਰਕੇ ਪੂਰੇ ਪਰਿਵਾਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਸ਼ੀਨਾ ਨੂੰ ਗਾਇਬ ਕਰਨ ਬਾਰੇ ਸੋਚਿਆ ਅਤੇ ਉਸ ਦਿਨ ਜਦੋਂ ਸ਼ੀਨਾ ਪੌੜੀਆਂ ਤੋਂ ਹੇਠਾਂ ਡਿੱਗ ਕੇ ਬੇਹੋਸ਼ ਹੋ ਗਈ ਤਾਂ ਮੈਂ ਸੋਚਿਆ ਕਿ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੋਵੇਗਾ। ਇਸ ਲਈ ਮੈਂ ਯੋਜਨਾ ਬਣਾਈ ਅਤੇ ਸਲੋਨੀ ਨੂੰ ਸ਼ੀਨਾ ਦੀ ਮੌਤ ਦੀ ਝੂਠੀ ਖਬਰ ਸੁਣਾਈ ਅਤੇ ਸ਼ੀਨਾ ਦੀ ਮੌਤ ਦਾ ਡਰਾਮਾ ਰਚਿਆ ਅਤੇ ਚੁੱਪਚਾਪ ਸ਼ੀਨਾ ਅਤੇ ਉਸਦੀ ਬੇਟੀ ਨੂੰ ਬੇਸਮੈਂਟ ਦੇ ਕਮਰੇ ਵਿੱਚ ਬੰਦ ਕਰ ਦਿੱਤਾ। ਸ਼ੀਨਾ ਮੈਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਉਸਦੀ ਅਤੇ ਉਸਦੀ ਧੀ ਦੀ ਦੇਖਭਾਲ ਕਰਨ ਵਾਲਾ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਰਾਹੁਲ ਦੇ ਮੂੰਹੋਂ ਇਹ ਸਭ ਸੱਚ ਸੁਣ ਕੇ ਮੈਂ ਰਾਹੁਲ ਨੂੰ ਨਫ਼ਰਤ ਕਰਨ ਲੱਗੀ। ਪੁਲਿਸ ਧੋਖਾਧੜੀ ਦੇ ਮਾਮਲੇ 'ਚ ਰਾਹੁਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ, ਪਰ ਮੈਂ ਅਤੇ ਸ਼ੀਨਾ ਨੇ ਕੇਸ ਵਾਪਸ ਲੈ ਲਿਆ ਸੀ, ਜਿਸ ਕਾਰਨ ਪੁਲਿਸ ਨੂੰ ਖਾਲੀ ਹੱਥ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ। ਪੁਲਿਸ ਦੇ ਜਾਣ ਤੋਂ ਬਾਅਦ ਸ਼ੀਨਾ ਹੱਥ ਜੋੜ ਕੇ ਮੇਰੇ ਸਾਹਮਣੇ ਖੜੀ ਹੋ ਗਈ ਅਤੇ ਕਿਹਾ, ਮਾਲਕਨ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡੇ ਨਾਲ ਬਹੁਤ ਬੁਰਾ ਕੀਤਾ ਹੈ, ਪਰ ਮੈਂ ਕੀ ਕਰਦੀ। ਮੈਂ ਬੇਬਸ ਸੀ ਅਤੇ ਆਪਣੀ ਮਾੜੀ ਜ਼ਿੰਦਗੀ ਤੋਂ ਤੰਗ ਆ ਗਈ ਸੀ। ਇਸ ਲਈ ਮੈਂ ਆਪਣੇ ਮਾਲਕ ਦੀ ਸਲਾਹ ਮੰਨ ਕੇ ਉਹਨਾਂ ਦੇ ਨਾਲ ਆਈ। ਮੇਰੇ ਪਰਿਵਾਰ ਵਿੱਚ ਰੋਟੀ ਵੀ ਨਹੀਂ ਪੱਕਦੀ ਸੀ। ਮੈਨੂੰ ਪੈਸੇ ਦੀ ਬਹੁਤ ਲੋੜ ਸੀ ਅਤੇ ਮਾਲਕ ਨੂੰ ਵੀ ਆਪਣੇ ਬੱਚੇ ਦੀ ਲੋੜ ਸੀ। ਇਸੇ ਲਈ ਮੈਂ ਆਪਣੀ ਗਰੀਬੀ ਤੋਂ ਛੁਟਕਾਰਾ ਪਾਉਣ ਲਈ ਮਾਲਕ ਨਾਲ ਵਿਆਹ ਕਰਵਾ ਲਿਆ। ਚਿੰਤਾ ਨਾ ਕਰੋ, ਤੁਹਾਨੂੰ ਪਤੀ ਅਤੇ ਪਤਨੀ ਨੂੰ ਇੱਕ ਦੂਜੇ ਨਾਲ ਖੁਸ਼ ਰਹਿਣਾ ਚਾਹੀਦਾ ਹੈ। ਮੈਂ ਛੱਡ ਕੇ ਜਾ ਰਹੀ ਹਾਂ ਕਿਉਂਕਿ ਮੇਰੇ ਵਿੱਚ ਇੱਥੇ ਰਹਿ ਕੇ ਤੁਹਾਡਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ। ਸ਼ੀਨਾ ਆਪਣੀ ਬੇਟੀ ਦੇ ਨਾਲ ਜਾਣ ਲੱਗੀ। ਜਦੋਂ ਮੈਂ ਰਾਹੁਲ ਵੱਲ ਦੇਖਿਆ ਤਾਂ ਰਾਹੁਲ ਦੇ ਚਿਹਰੇ ਤੇ ਹਾਵ ਭਾਵ ਤੋਂ ਲੱਗਦਾ ਸੀ ਕਿ ਉਹ ਚਾਹੁੰਦਾ ਸੀ ਕਿ ਸ਼ੀਨਾ ਸਾਡਾ ਘਰ ਛੱਡ ਕੇ ਜਾਵੇ। ਫਿਰ ਮੈਂ ਸ਼ੀਨਾ ਦਾ ਹੱਥ ਫੜਿਆ ਅਤੇ ਕਿਹਾ, ਸ਼ੀਨਾ ਤੂੰ ਇੱਥੋਂ ਕਿਤੇ ਨਹੀਂ ਜਾਣਾ, ਤੂੰ ਮੇਰੇ ਨਾਲ ਇਸ ਘਰ ਵਿੱਚ ਰਹੇਗੀ। ਤੂੰ ਬੇਕਸੂਰ ਹੈ। ਜਿਸ ਨੇ ਇਹ ਸਭ ਕੀਤਾ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਰਾਹੁਲ ਮੇਰੇ ਵੱਲ ਦੇਖ ਕੇ ਸ਼ਰਮਿੰਦਾ ਹੋਣ ਲੱਗਾ। ਆਖਰ ਰਾਹੁਲ ਨੇ ਸਾਡੇ ਦੋਵਾਂ ਨਾਲ ਬਹੁਤ ਗਲਤ ਕੀਤਾ ਸੀ। ਰਾਹੁਲ ਮੇਰੇ ਸਾਹਮਣੇ ਖੜਾ ਹੋ ਗਿਆ ਅਤੇ ਮੇਰੇ ਤੋਂ ਹੱਥ ਜੋੜ ਕੇ ਮਾਫੀ ਮੰਗਣ ਲੱਗਾ। ਮੈਂ ਰਾਹੁਲ ਦੀ ਕੋਈ ਗੱਲ ਨਹੀਂ ਸੁਣੀ। ਸ਼ੀਨਾ ਦਾ ਹੱਥ ਫੜ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ। ਮੈਂ ਫੈਸਲਾ ਕੀਤਾ ਸੀ ਕਿ ਮੈਂ ਰਾਹੁਲ ਨੂੰ ਉਦੋਂ ਤੱਕ ਮਾਫ ਨਹੀਂ ਕਰਾਂਗੀ ਜਦੋਂ ਤੱਕ ਉਹ ਆਪਣੀ ਧੀ ਨੂੰ ਸਵੀਕਾਰ ਨਹੀਂ ਕਰ ਲੈਂਦਾ, ਕਿਉਂਕਿ ਮੈਂ ਰਾਹੁਲ ਜਿੰਨੀ ਘਟੀਆ ਨਹੀਂ ਸੀ। ਜੇ ਮੈਂ ਚਾਹੁੰਦੀ ਤਾਂ ਸ਼ੀਨਾ ਨੂੰ ਉਸੇ ਸਮੇਂ ਘਰੋਂ ਕੱਢ ਸਕਦੀ ਸੀ, ਪਰ ਮੈਂ ਉਸ ਮਾਸੂਮ ਨਾਲ ਬੇਇਨਸਾਫੀ ਨਹੀਂ ਕਰ ਸਕਦੀ ਸੀ।
ਕੁਝ ਦਿਨਾਂ ਬਾਅਦ ਰਾਹੁਲ ਨੇ ਆਪਣੀ ਬੇਟੀ ਨੂੰ ਸਵੀਕਾਰ ਕਰ ਲਿਆ ਅਤੇ ਮੈਂ ਵੀ ਮਾਂ ਬਣ ਗਈ। ਮੈਂ ਵੀ ਇੱਕ ਧੀ ਨੂੰ ਜਨਮ ਦਿੱਤਾ। ਜਿਸ ਦਿਨ ਮੇਰੀ ਧੀ ਦਾ ਜਨਮ ਹੋਇਆ ਸੀ ਉਸ ਦਿਨ ਰਾਹੁਲ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਸ ਦਿਨ ਰਾਹੁਲ ਵੀ ਹਸਪਤਾਲ 'ਚ ਭਰਤੀ ਸੀ। ਅਚਾਨਕ ਰਾਹੁਲ ਦੀ ਤਬੀਅਤ ਇੰਨੀ ਵਿਗੜ ਗਈ ਸੀ ਕਿ ਉਹ ਇਸ ਦੁਨੀਆ ਤੋਂ ਚਲੇ ਗਏ। ਇੰਜ ਲੱਗਦਾ ਸੀ ਜਿਵੇਂ ਮੇਰੇ ਉੱਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਹੋਵੇ। ਹੁਣ ਮੈਂ ਆਪਣੀ ਬੇਟੀ ਦੇ ਸਹਾਰੇ ਜੀ ਰਹੀ ਹਾਂ। ਰਾਹੁਲ ਨੇ ਮੇਰੇ ਅਤੇ ਸ਼ੀਨਾ ਨਾਲ ਜੋ ਕੀਤਾ ਉਸ ਦੀ ਸਜ਼ਾ ਉਸ ਨੂੰ ਮਿਲੀ ਸੀ। ਰਾਹੁਲ ਦੀ ਮੌਤ ਤੋਂ ਬਾਅਦ ਸ਼ੀਨਾ ਆਪਣੀ ਬੇਟੀ ਨਾਲ ਪਿੰਡ 'ਚ ਚਲੀ ਗਈ ਸੀ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਿਰਪਾ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ।